ਵਾਇਸ ਆਫ ਇੰਡੀਆ ਤੇ ਹਾਰਦਿਕ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਭ ਦਾ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਹਰਪ੍ਰੀਤ ਜੋਂਦਾ ਜੀ। ਸਤਿ ਸ਼੍ਰੀ ਅਕਾਲ ਜੋਂਦਾ ਸਾਹਿਬ। ਜੋਂਦਾ ਸਾਹਿਬ, ਇੱਕ ਗੰਭੀਰ ਮਸਲੇ ਤੇ ਤੁਹਾਡੇ ਵਿਚਾਰ ਲੈਣੇ, ਅੱਜ ਡਿਸਕਸ਼ਨ ਕਰਨੀ ਹੈਗੀ ਹੈ। ਮੈਰਿਜ, ਵਿਆਹ ਬੜਾ ਪਵਿੱਤਰ ਗਿਣਿਆ ਗਿਆ ਸਾਡੇ ਸਮਾਜ ਵਿੱਚ, ਖਾਸ ਕਰਕੇ ਕਹਿੰਦੇ ਜੀ ਧੁਰੋਂ ਸੰਯੋਗ ਜਿਹੜਾ ਹੈ ਫਿਕਸ ਹੋ ਜਾਂਦੇ ਆ, ਤੇ ਉਸ ਤਰੀਕੇ ਨਾਲ ਫਿਰ ਇਸ ਸੰਸਾਰ ਦੇ ਵਿੱਚ ਉਹ ਮੈਚ ਕਰਕੇ ਉਹ ਜਾਨੀ ਉਹ ਤਾਂ ਫਾਰਮੈਲਿਟੀ ਹੈ, ਜੇ ਧੁਰੋਂ ਹੀ ਸੰਯੋਗ ਹੋਏ ਤਾਂ ਫਿਰ ਫਾਰਮੈਲਿਟੀ ਹੈ, ਤੇ ਉਹ ਵਿਆਹ ਕੀਤੇ ਜਾਂਦੇ ਆ। ਹੁਣ ਵਿਆਹ ਜਿਹੜਾ ਕਨਸੈਪਟ ਹੈ ਉਹ ਚੇਂਜ ਹੋ ਗਿਆ ਜੀ। ਚੇਂਜ ਵੀ ਇੰਨਾ ਖਤਰਨਾਕ ਲੈਵਲ ਤੱਕ ਹੋ ਗਿਆ। ਭਾਰਤ ਸਰਕਾਰ ਨੇ ਇੱਕ ਰਿਪੋਰਟ ਨਸ਼ਰ ਕੀਤੀ ਜੀ, ਔਰ ਨਸ਼ਰ ਕਾਹਦੀ ਕੀਤੀ, ਸਾਡਾ ਸਾਰਾ ਕੁਛ ਹੀ ਨਸ਼ਰ ਕਰਤਾ। ਉਹਨਾਂ ਦੱਸਿਆ ਜੀ 3600 ਕੇਸ, 3600 ਕੇਸ ਰਜਿਸਟਰਡ ਹੋਏ ਆ ਆਫੀਸ਼ੀਅਲੀ। ਹੋ ਸਕਦਾ ਹੋਰ ਵੀ ਬਹੁਤ ਸਾਰੇ ਹੋਣ, ਜਿਨ੍ਹਾਂ ਕੇਸਾਂ ਦੇ ਵਿੱਚ ਇੰਡੀਆ ਦੇ ਵਿੱਚੋਂ ਲੜਕੇ ਵਾਲਿਆਂ ਨੇ ਜਾਂ ਲੜਕਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਡੇ ਵਿਆਹ ਹੋਏ ਸੀ, ਲੜਕੀਆਂ ਵਿਆਹ ਕਰਾ ਕੇ ਬਾਹਰ ਚਲੇ ਗਈਆਂ, ਕੈਨੇਡਾ ਚਲੇ ਗਈਆਂ, ਅਮਰੀਕਾ ਚਲੇ ਗਈਆਂ, ਕਿਸੇ ਹੋਰ ਕੰਟਰੀ ਚਲੇ ਗਈਆਂ, ਉੱਥੇ ਜਾ ਕੇ ਸੈਟਲ ਹੋ ਗਈਆਂ। ਉਹਨਾਂ ਨੇ ਸਪਾਊਸ ਨੂੰ ਸੱਦਿਆ ਨਹੀਂ, ਯਾਨੀ ਮੁੰਡਿਆਂ ਨੂੰ ਸੱਦਿਆ ਨਹੀਂ, ਆਪਣੇ ਘਰ ਵਾਲਿਆਂ ਨੂੰ ਬੁਲਾਇਆ ਨਹੀਂ, ਬਾਅਦ 'ਚ ਸਪੌਂਸਰ ਨਹੀਂ ਕੀਤਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ 3600 ਕੇਸਾਂ ਦੇ ਵਿੱਚੋਂ 3000 ਤੋਂ ਜ਼ਿਆਦਾ ਕੇਸ ਇਕੱਲੇ ਪੰਜਾਬ ਵਿੱਚੋਂ, ਔਰ ਉਹਨਾਂ ਵਿੱਚੋਂ ਮੈਂ ਦੱਸਾਂ ਮੈਜੋਰਿਟੀ ਜਿਹੜੀ ਹੈ ਸਾਡੇ ਪੰਜਾਬ ਦੇ ਉਸ ਇਲਾਕੇ ਵਿੱਚੋਂ ਆ ਜਿੱਥੋਂ ਬਹੁਤੇ ਲੋਕ ਕੈਨੇਡਾ ਆਉਂਦੇ, ਅਮਰੀਕਾ ਨਹੀਂ ਕੈਨੇਡਾ ਆਉਂਦੇ। ਮਾਲਵੇ ਦਾ ਇਲਾਕਾ, ਅਜੇ ਮਾਝਾ ਜਾਂ ਦੁਆਬਾ ਸ਼ਾਇਦ ਉਹਨਾਂ ਦੀ ਗਿਣਤੀ ਘੱਟ ਹੋ, ਪਰ ਮਾਲਵੇ ਦੇ ਵਿੱਚੋਂ ਇੱਦਾਂ ਦੇ ਕੇਸ ਬਹੁਤ ਸਾਰੇ ਸਾਹਮਣੇ ਆਏ। 3000 ਤੋਂ ਵੱਧ ਕੇਸ ਸਾਹਮਣੇ ਆਏ। ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜਿਹੜੀਆਂ ਉਹਨਾਂ ਦੇ ਕੋਲ ਸ਼ਿਕਾਇਤਾਂ ਇਕੱਠੀਆਂ ਹੋਈਆਂ, ਉਹਦੇ ਬੇਸ ਤੇ ਇਹ ਡਾਟਾ ਜਿਹੜਾ ਉਹ ਜਾਰੀ ਕੀਤਾ ਹੈਗਾ। ਅੱਗੇ ਜੋ ਹੁੰਦਾ ਜੀ, ਇਹ ਗੱਲ ਅਖਬਾਰਾਂ ਦੇ ਵਿੱਚ ਆਉਂਦੀ ਹੁੰਦੀ ਸੀਗੀ ਕਿ ਜੀ ਵਿਦੇਸ਼ੀ ਲਾੜਾ ਇੱਕ ਆਇਆ, ਮੁੰਡਾ ਆਇਆ, ਉਹਨੇ ਵਿਆਹ ਕਰਾਇਆ, ਖਰਚਾ ਖੁਰਚਾ ਕੁੜੀ ਵਾਲਿਆਂ ਦਾ ਵੀ ਚੋਖਾ ਕਰਾਤਾ, ਆਪਦਾ ਵੀ ਖਰਚਾ ਖੁਰਚਾ ਕਰ ਗਿਆ, ਫੋਟੋ ਖਿਚਾਈਆਂ, 4 ਦਿਨ ਮੌਜ ਲੁੱਟੀ ਤੇ ਵਾਪਸ ਚਲਾ ਗਿਆ। ਉੱਥੇ ਜਾ ਕੇ ਫੋਨ ਚੱਕਣਾ ਹੀ ਬੰਦ ਕਰਤਾ, ਜਾਂ ਉਹ ਕੁੜੀ ਨੂੰ ਸੱਦਿਆ ਹੀ ਨਹੀਂ, ਜਿਹੜੀ ਉਹਦੀ ਵਾਈਫ ਸੀਗੀ, ਜਿਹੜਾ ਵਿਆਹ ਤੋਂ ਬਾਅਦ ਵਾਈਫ ਬਣੀ, ਉਹਨੂੰ ਬੁਲਾਇਆ ਹੀ ਨਹੀਂ ਸੀ। ਤੇ ਤੁਹਾਨੂੰ ਯਾਦ ਹੋਣਾ ਜੀ, ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਸੀਗਾ, ਉਹਨਾਂ ਨੇ ਇਸ ਗੱਲ ਤੇ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਸੀਗੀ ਕਿ ਵਿਦੇਸ਼ੀ ਲਾੜਿਆਂ ਦੇ ਖਿਲਾਫ ਲੋਕਾਂ ਨੂੰ ਸ਼ਿਕਾਇਤਾਂ ਹੁੰਦੀਆਂ ਸੀਗੀਆਂ, ਕੁੜੀਆਂ ਜਿਹੜੀਆਂ ਉੱਥੇ ਨਾ ਉਹ ਦੁਬਾਰਾ ਵਿਆਹ ਕਰਾਉਣ ਜੋਗੀਆਂ, ਨਾ ਉਹਨਾਂ ਨੂੰ ਉੱਥੇ ਵਾਪਸ ਉਹਨਾਂ ਨੂੰ ਬੁਲਾਇਆ ਗਿਆ ਜਿੱਥੇ ਉਹਨਾਂ ਦੇ ਘਰ ਵਾਲੇ ਗਏ ਹੋਏ। ਹੁਣ ਉਲਟ ਹੋ ਗਿਆ, ਲੜਕੀਆਂ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਵਿਆਹ ਕਰਾ ਕੇ ਬਾਹਰਲੇ ਦੇਸ਼ਾਂ 'ਚ ਆਉਂਦੀਆਂ, ਇੱਥੇ ਆ ਕੇ ਉਹਨਾਂ ਦੇ ਤੇਵਰ ਬਦਲ ਜਾਂਦੇ। ਕੀ ਰੀਜ਼ਨ ਤੁਹਾਨੂੰ ਲੱਗਦਾ ਹੋਊਗਾ? ਤੁਸੀਂ ਜਿਹੜਾ ਹੁਣੇ ਸਟੈਟਿਸਟਿਕਸ ਦੱਸੇ ਹੈਗੇ ਕਿ ਟੋਟਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਾਂ ਜਿਹੜਾ ਵੀ ਜਿਸ ਮਿਨਿਸਟਰੀ ਦੇ ਅੰਡਰ ਵੀ ਇਹ ਡਿਪਾਰਟਮੈਂਟ ਆਉਂਦਾ ਹੈਗਾ, ਇਹ ਇਸ਼ੂਜ਼ ਆਉਂਦੇ ਹੈਗੇ, ਉਹਨਾਂ ਨੇ ਸਟੈਟਿਸਟਿਕਸ ਜਾਰੀ ਕੀਤੇ ਕਿ 3600 ਜਿਹੜੇ ਨੇ ਕੇਸਿਸ ਇਸ ਤਰ੍ਹਾਂ ਦੇ ਰਜਿਸਟਰ ਹੋਏ ਆ ਆਲ ਓਵਰ ਇੰਡੀਆ 'ਚ, ਜਿਹਦੇ 'ਚ ਸਿਰਫ 3000 ਜਿਹੜੇ ਕੇਸ ਨੇ ਉਹ ਆਪਣੇ ਪੰਜਾਬ ਦੇ ਨੇ, ਔਰ ਇਹਦੇ 'ਚੋਂ ਮੈਜੋਰਟੀ ਤਾਂ ਜਿਹੜੇ ਕੇਸਿਸ ਹੈਗੇ ਕਿ ਸਰਟਨ ਰੀਜਨ ਦੇ ਹੈਗੇ ਨੇ। ਅਤੇ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਮੈਂ ਕਿਹਾ ਵੀ ਇਹ ਜਿਹੜਾ ਟਰੈਂਡ ਹੈ ਬਾਹਰ ਆਉਣ ਦਾ, ਸਭ ਤੋਂ ਜ਼ਿਆਦਾ ਪੰਜਾਬ 'ਚ ਹੈ ਤਾਂ ਸ਼ੁਰੂ 'ਚ ਹੀ ਹੈ, ਸ਼ੁਰੂ ਤੋਂ ਹੀ ਹੈ ਨਾ ਸਰ, ਕਿਉਂਕਿ ਦਿੱਲੀ ਦੀ ਜਿੰਨੀ ਸਰਕੂਲੇਸ਼ਨ ਹੈ ਏਅਰਪੋਰਟ ਦੀ, ਉਹਦੀ 80% ਜਿਹੜੀ ਹੈ ਮੂਵਮੈਂਟ ਜਿਹੜੀ ਉਹ ਪੰਜਾਬ ਨਾਲ ਰਿਲੇਟਡ ਹੁੰਦੀ ਹੈ। ਅਸੀਂ ਇੱਕ ਦਿਨ ਪ੍ਰੋਗਰਾਮ ਹੋਰ ਦੇ ਵਿੱਚ ਡਿਸਕਸ ਕਰ ਰਹੇ ਸੀ ਜੀ, ਪੰਜਾਬ ਵਿੱਚ ਜਿੰਨੇ ਪਿੰਡ ਵਾ, ਪਿੰਡਾਂ 'ਚ ਜਿੰਨੇ ਘਰ ਹੈ, 55 ਲੱਖ ਘਰ ਹੈ ਜੀ ਕਹਿੰਦੇ ਪੰਜਾਬ ਦਾ। ਹਾਂਜੀ, ਤੇ 54.5 ਲੱਖ ਪਾਸਪੋਰਟ ਹੈ। 54.5 ਲੱਖ ਪਾਸਪੋਰਟ ਹੀ ਆ। ਤੋ ਉਹ ਮੈਂ ਸੋਚ ਰਿਹਾ ਸੀ ਆਰਥਿਕ ਪੁਆਇੰਟ ਆਫ ਵਿਊ ਤੋਂ, ਇੰਪਲੋਇਮੈਂਟ ਪੁਆਇੰਟ ਆਫ ਵਿਊ ਤੋਂ ਮੇਰੇ ਕਿੰਨੇ ਦਿਮਾਗ 'ਚ ਆਏ ਵੀ ਇਹ ਸਿਨਾਰੀਓ ਕਿੰਨਾ ਮੁਸ਼ਕਿਲ ਅਤੇ ਕਿੰਨਾ ਡਿਫੀਕਲਟ ਅਤੇ ਕਿੰਨਾ ਅਲਾਰਮਿੰਗ ਹੋ ਗਿਆ ਕਿ ਇੰਨੇ ਲੋਕ ਜਿਹੜੇ ਨੇ ਬਾਹਰ ਆ ਰਹੇ ਨੇ ਉੱਥੋਂ, ਜਾਂ ਆਉਣ ਵਾਸਤੇ ਚਾਹਵਾਨ ਨੇ, ਜਾਂ ਆਉਣ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਆਉਣਾ ਮਾੜੀ ਗੱਲ ਨਹੀਂ ਜੀ, ਪੰਜਾਬੀ ਦੇ ਸ਼ੁਰੂ ਤੋਂ ਹੀ ਮਾਈਗ੍ਰੇਟ ਹੁੰਦੇ ਆਏ ਹੈ, ਪਰ ਪ੍ਰੋਪਰ ਤਰੀਕੇ ਨਾਲ ਆਉਣਾ ਜਿਹੜਾ ਉਹ ਮੈਟਰ ਕਰਦਾ ਹੈਗਾ। ਇੰਪਰੋਪਰ ਤਰੀਕੇ ਨਾਲ ਬਹੁਤ ਤਰੀਕੇ ਨੇ, ਤੁਹਾਨੂੰ ਮੈਕਸੀਕੋ ਦਾ ਬਾਰਡਰ ਤੋਂ, ਤੁਹਾਨੂੰ ਗੁਆਟੇਮਾਲਾ, ਪਨਾਮਾ ਸਿਟੀ, ਫਿਰ ਹਾਂਡੂਰਸ ਤੋਂ, ਬ੍ਰਾਜ਼ੀਲ ਤੋਂ, ਹੋਰ ਕਿੰਨੇ ਐਸੇ ਰੂਟ ਤੋਂ ਤੁਹਾਨੂੰ ਲੈ ਕੇ ਆਉਂਦੇ ਆ ਕਿ ਤੁਹਾਨੂੰ ਸੋਚ ਕੇ ਵੀ ਕੰਬਣੀ ਆ ਜਾਂਦੀ ਹੈ
ਬਿਲਕੁਲ ਉਹ ਦੇਖ ਕੇ ਸੀਨ ਵੀਡੀਓ ਦੇਖ ਕੇ ਤੁਹਾਨੂੰ ਖਬਰਾਂ ਪੜ੍ਹ ਕੇ ਈਵਨ ਨਕਸ਼ਾ ਦਿਖਾਉਂਦੇ ਨਾ ਵੀ ਆ ਰੂਟ ਤੇ ਤੁਹਾਨੂੰ ਲੈ ਕੇ ਜਾਵਾਂਗੇ ਤੇ ਫਿਰ ਤੁਸੀਂ ਗੂਗਲ ਕਰਦੇ ਵੀ ਉਹ ਕੰਟਰੀ ਹੈ ਕਿ ਕਿੱਦਾਂ ਦੇ ਨੇ ਜਾਂ ਰੂਟ ਕਿੱਦਾਂ ਦੇ ਨੇ ਜੰਗਲ ਹੈ ਰੇਗਿਸਤਾਨਾਂ ਦੇ ਪਾਣੀ ਤੁਹਾਨੂੰ ਅਲਟੀਮੇਟਲੀ ਮੈਕਸੀਕੋ ਦੀ ਜਿਹੜੀ ਕੰਧ ਆ ਉਹ ਟੱਪਾਵਾਂਗੇ ਮੈਕਸੀਕੋ ਦੀ ਕੰਧ ਜਿਹੜੀ ਟੱਪਦੇ ਤੇ ਕਿੰਨੇ YouTube ਤੇ ਹੈਗੇ ਨੇ ਕਲਿੱਪਸ ਹੈਗੇ ਨੇ ਤੁਹਾਨੂੰ ਪਸੀਨਾ ਆ ਜਾਂਦਾ ਹੈ ਸੋ ਮੈਂ ਸੋਚ ਰਿਹਾ ਸੀ ਕਿ ਇਹ ਚੀਜ਼ ਜਿਹੜੀ ਹੈ ਇਹ ਕਿੱਥੇ ਜਾ ਕੇ ਖਤਮ ਹੋਏਗੀ ਪਰ ਇਹ ਖਤਮ ਹੁੰਦੀ ਲੱਗਦੀ ਨਹੀਂ ਹੈ ਹੁਣ ਤੁਹਾਡਾ ਜਿਹੜਾ ਹੁਣੇ ਤੁਸੀਂ ਕਿਹਾ ਕਿ ਇਹ 3000 ਕੰਪਲੇਂਟਸ ਐਸੀਆਂ ਨੇ ਕਿ ਮੁੰਡਿਆਂ ਨੇ ਜਿਹੜਿਆਂ ਨੇ ਉਹਨਾਂ ਨੇ ਪ੍ਰੋਮਿਸ ਕਰਕੇ ਜਾਂ ਮੁੰਡਿਆਂ ਨੂੰ ਪ੍ਰੋਮਿਸ ਕੀਤਾ ਕੁੜੀਆਂ ਵੱਲੋਂ ਹਾਂਜੀ ਉਹਨਾਂ ਨੇ ਭੇਜਿਆ ਬਾਹਰ ਇੱਕ ਕੰਪਰੋਮਾਈਜ਼ ਹੋਇਆ ਇੱਕ ਕੰਟੈਕਟ ਹੋਇਆ ਇੱਕ ਸੌਦੇਬਾਜ਼ੀ ਹੋਈ ਹੈ ਔਰ ਮੁੜ ਕੇ ਉਹ ਸੌਦੇਬਾਜ਼ੀ ਨੂੰ ਕੰਟਰੈਕਟ ਦੇ ਮੁਤਾਬਿਕ ਚੜਿਆ ਸਿਰੇ ਨਹੀਂ ਚੜਿਆ ਕੁਝ ਲੋਕਾਂ ਨੇ ਸੁਸਾਈਡ ਕਰ ਲਿਆ ਕੁਝ ਯੰਗਸਟਰ ਜਿਹੜੇ ਨੇ ਉਹ ਪਿੱਛੇ ਦੇ ਇੱਕ ਮੁੰਡਾ ਸੀ ਪ੍ਰੋਬੇਬਲੀ ਸੰਗਰੂਰ ਦੇ ਲਾਗੇ ਸ਼ਾਇਦ ਪਿੰਡ ਸੀ ਕੋਈ ਤੇ ਉੱਥੋਂ ਹਲਕੀ ਉਮਰ ਸੀ 97 98 ਦਾ ਬੌਰਨ ਸੀ ਉਹ ਤੇ ਉਹ ਕੁੜੀ ਸੀ ਉਹਨੇ ਆਈਲੈਟਸ ਕੀਤਾ ਉਹ ਕੁੜੀ ਇੱਥੇ ਆ ਗਈ ਮੁੜ ਕੇ ਉਹਨੇ ਫੋਨ ਮਤਲਬ ਅਕੋਰਡਿੰਗ ਟੂ ਦਾ ਰਿਪੋਰਟ ਜੋ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਤੇ ਫੋਨ ਕਰਨਾ ਬੰਦ ਕਰਤਾ ਉਹਦੀ ਕੁੜੀ ਜਿਹੜੀ ਇੱਥੇ ਆਈ ਸੀ ਉਹਦੀ ਇਨਵੋਲਵਮੈਂਟ ਕਿਸੇ ਹੋਰ ਨਾਲ ਹੋ ਗਈ ਤੇ ਉਹ ਪਿੱਛੋਂ ਫੋਨ ਕਰਿਆ ਕਰੇ ਇਹ ਫੋਨ ਨਾ ਚੱਕਿਆ ਕਰੇ ਉਹ ਥੋੜਾ ਡਿਪਰੈਸ ਹੋ ਗਿਆ ਕਿ ਮੈਂ ਹੁਣ ਦੱਸਾਂਗਾ ਕੀ ਆਪਣੇ ਘਰਦਿਆਂ ਨੂੰ ਕੀ ਦੱਸਾਂਗਾ ਤੇ ਘਰ ਦੇ ਬਹੁਤ ਸੈਂਸਿਟਿਵ ਸੀ ਹੈ ਜੀ ਮੈਂ ਸੁਸਾਇਟੀ ਨੂੰ ਕੀ ਦੱਸੂਗਾ ਇਸ ਸਿਚੁਏਸ਼ਨ ਨੂੰ ਅਵੋਇਡ ਕਰਨ ਵਾਸਤੇ ਉਹਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕੀਤਾ ਖਤਮ ਹੋ ਗਿਆ ਮੈਂ ਸੋਚਿਆ ਸੀ ਮੈਂ ਕਿਹਾ 21-22 ਸਾਲ ਦਾ ਨੌਜਵਾਨ ਜਿਹੜਾ ਜਿਹਨੇ ਹਾਲੇ ਆਪਣਾ ਲਾਈਫ ਦੇਖੀ ਵੀ ਨਹੀਂ ਹੈ ਸਟਾਰਟ ਹੀ ਕਰਨੀ ਹੁੰਦੀ ਹੈ ਬਚਪਨ ਹੀ ਲੱਗਿਆ ਉਹ ਖਤਮ ਹੋ ਗਈ ਉਹਦੀ ਲਾਈਫ ਖਤਮ ਹੋ ਗਈ ਇੱਥੇ ਜਿਹੜੇ ਕੁੜੀ ਸੀ ਉਹਦੇ ਨਾਲ ਜਿਹੜਾ ਮੁੰਡਾ ਇਨਵੋਲਵ ਸੀ ਉਹਨੇ ਆਪਣਾ ਫੇਸਬੁੱਕ ਅਕਾਊਂਟ ਬੰਦ ਕਰਤਾ ਸਾਰਾ ਕੁਝ ਬੰਦ ਕਰਕੇ ਉਹ ਚਲੋ ਉਹ ਡਿਫਰੈਂਟ ਸਟੋਰੀ ਹੈ ਪਰ ਮੈਂ ਸੋਚਿਆ ਸੀ ਮੈਂ ਕਿਹਾ ਵੀ ਦੇਖੋ ਕਿ ਜਾਂ ਤਾਂ ਗਾਈਡੈਂਸ ਦੀ ਘਾਟ ਹੈਗੀ ਹੈ ਜਾਂ ਕੀ ਹੁੰਦਾ ਕਿ ਪੇਰੈਂਟਸ ਨੂੰ ਇਹ ਹੈ ਕਿ ਸਾਡਾ ਬੱਚਾ ਫੋਰਨ ਚੱਲ ਜੇ ਕਿਸੇ ਕੀਮਤ ਤੇ ਵੀ ਚੱਲ ਜੇ ਭਾਵੇਂ ਕਿੰਨੀ ਵੱਡੀ ਕੀਮਤ ਵੀ ਉਹਨੂੰ ਚੁਕਾਉਣੀ ਪਏ ਉਹ ਚੱਲ ਜੇ ਇੱਕ ਵਾਰੀ ਸੈਟਲ ਹੋ ਜੇ ਉੱਥੇ ਮੁੜ ਕੇ ਸਾਨੂੰ ਬੁਲਾ ਲਏ ਜਾਂ ਜਿਹੜੇ ਬੰਦੇ ਇੱਥੇ ਹੈਗੇ ਨੇ ਉਹਨਾਂ ਨੂੰ ਬੁਲਾ ਲਏ ਹੈ ਨਾ ਉਸ ਵਾਸਤੇ ਉਸ ਚੀਜ਼ ਨੂੰ ਕਰਨ ਵਾਸਤੇ ਕਿੰਨਾ ਕੁਝ ਕਰਨਾ ਪੈ ਰਿਹਾ ਹੈਗਾ ਠੀਕ ਹੈ ਜੀ ਹੁਣ ਰਿਸਪੌਂਸਿਬਲ ਕੌਣ ਹੈਗਾ ਸਾਰਾ ਇਸ ਚੀਜ਼ ਦਾ ਸਰਕਾਰਾਂ ਹੈਗੀਆਂ ਨੇ ਸਿਸਟਮ ਹੈਗਾ ਅਸੀਂ ਖੁਦ ਹੈਗੇ ਹਾਂ ਸਾਡੀ ਸੋਚ ਹੈਗੀ ਹੈ ਸਾਡੀ ਜਿਹੜੀ ਮੈਂਟੈਲਿਟੀ ਹੈ ਉਹ ਹੈ ਮੈਂ ਅਕਸਰ ਸੋਚਦਾ ਕਿ ਇੱਥੇ ਆ ਕੇ ਅਗਰ ਅਸੀਂ ਇੱਕ ਇਕੱਠੇ ਹੋਏ ਘਰ ਦੇ ਵਿੱਚ ਕੰਸਟਰਕਸ਼ਨ ਕਰ ਸਕਦੇ ਹਾਂ ਤਾਂ ਪੰਜਾਬ 'ਚ ਕਿਉਂ ਨਹੀਂ ਕਰ ਸਕਦੇ ਠੀਕ ਹੈ ਜੀ ਅਗਰ ਇੱਕ ਯੂਪੀ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਆ ਕੇ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਉਹ 70-80 ਹਜ਼ਾਰ ਕਮਾ ਸਕਦਾ ਪਰ ਮੰਥ ਥੋੜਾ ਆਊਟ ਤੋਂ ਵੀ ਜਾਣਾ ਪਏਗਾ ਤੁਹਾਨੂੰ ਰੇਹੜੀ ਲਾਉਣੀ ਪਏਗੀ ਜਾਂ ਕੋਈ ਹੋਰ ਚੀਜ਼ ਮੈਂ ਨਹੀਂ ਕਹਿੰਦਾ ਕਿ ਰੇਹੜੀ ਲਾਉਣੀ ਜਿਹੜੀ ਹੈ ਉਹ ਬੈਸਟ ਇੰਪਲੋਇਮੈਂਟ ਹੈ ਪਰ ਹੌਸਲਾ ਹਾਰਨ ਨਾਲੋਂ ਤੇ ਬੈਟਰ ਹੈਗਾ ਕਿ ਕਿਤੋਂ ਸਟਾਰਟ ਕਰਕੇ ਤੁਸੀਂ ਕਿਤੇ ਪਹੁੰਚ ਸਕਦੇ ਹੋ ਠੀਕ ਹੈ ਜੀ ਇਹ ਤੇ ਹੈ ਨਹੀਂ ਕਿ ਹੁਣ ਇਹ ਬਾਹਰ ਆਉਣ ਦਾ ਟ੍ਰੈਂਡ ਹੋਇਆ ਤੇ ਆਉਂਦੇ ਸਾਲਾਂ 'ਚ ਪੰਜਾਬ ਖਾਲੀ ਹੋ ਜਾਏਗਾ ਪੰਜਾਬ ਖਾਲੀ ਨਹੀਂ ਹੋਣਾ ਹੈਗਾ ਇਦਾਂ ਤਾਂ ਹੁੰਦੀ ਕਿਉਂਕਿ 3 ਕੈਟੇਗਰੀਜ਼ ਨੇ ਉੱਥੇ ਇੱਕ ਕੈਟੇਗਰੀ ਉਹ ਹੈ ਜਿਹੜੀ ਜਿਹਨਾਂ ਕੋਲ ਬਹੁਤ ਪੈਸਾ ਹੈਗਾ ਸਿਰਫ ਆਪਣੇ ਬੱਚੇ ਸ਼ੌਕ ਵਾਸਤੇ ਭੇਜਦੇ ਆ ਜਾਂ ਦੇਖਿਆ ਨਹੀਂ ਜੀ ਉਹ ਕਹਿੰਦੇ ਸੇਫ ਨਹੀਂ ਸਾਡੇ ਬੱਚੇ ਹਾਂਜੀ ਉਹ ਸੇਫਟੀ ਲਈ ਭੇਜਦੇ ਹਾਂਜੀ ਦੂਜੀ ਕੈਟੇਗਰੀ ਉਹ ਹੈ ਜਿਨ੍ਹਾਂ ਵਾਸਤੇ ਹੋਰ ਕੋਈ ਆਪਸ਼ਨ ਨਹੀਂ ਹੈ ਜੌਬ ਸਿਨਾਰੀਓ ਉਹਨਾਂ ਵਾਸਤੇ ਮੁਸ਼ਕਿਲ ਹੈ ਉੱਥੇ ਸੈਟਲ ਹੋਣਾ ਉਹਨਾਂ ਵਾਸਤੇ ਮੁਸ਼ਕਿਲ ਹੈ ਉਹਨਾਂ ਨੇ ਜੋ ਵੀ ਆਪਣੀ ਕਲੈਕਸ਼ਨ ਕੀਤੀ ਹੁੰਦੀ ਉਹਦੇ ਬੇਸ ਤੇ ਉਹਨਾਂ ਨੂੰ ਵੇਚ ਵੱਟ ਕੇ ਉਹਨਾਂ ਨੂੰ ਬਾਹਰ ਭੇਜਣਾ ਹੁੰਦਾ ਤੀਸਰੀ ਕੈਟੇਗਰੀ ਇੱਕ ਉਹ ਹੈ ਜਿਹੜੀ ਨਾ ਤੇ ਜੌਬਾਂ ਲੈ ਸਕਦੀ ਹੈ ਨਾ ਹੀ ਆਪਣੇ ਬੱਚੇ ਬਾਹਰ ਭੇਜ ਸਕਦੀ ਹੈ ਮੈਂ ਸਭ ਤੋਂ ਜ਼ਿਆਦਾ ਜਿਹੜਾ ਫਿਕਰਮੰਦ ਉਸ ਕੈਟੇਗਰੀ ਵਾਸਤੇ ਥਰਡ ਕੈਟੇਗਰੀ ਵਾਸਤੇ ਕਿ ਉਹ ਕੀ ਕਰੂਗੀ ਇੰਪਲੋਇਮੈਂਟ ਦਾ ਤੁਹਾਨੂੰ ਪਤਾ ਨਹੀਂ ਕੀ ਆ ਇੱਥੇ ਕਿੱਦਾਂ ਸਰਕਾਰਾਂ ਕਿੰਨੀਆਂ ਸੁਹਿਰਦ ਹੈਗੀਆਂ ਨੇ ਮਨਿਸਟਰ ਜਿਹੜੇ ਜਿਨ੍ਹਾਂ ਦੇ ਵੱਡੇ ਰਹਿੰਦੇ 30-35 ਸਾਲ ਪਹਿਲਾਂ ਕਤਲ ਹੋਏ ਆ ਕਿਸੇ ਕਾਰਨ ਕਰਕੇ ਹੋਏ ਉਹਨਾਂ ਨੂੰ ਟੈਰਰਿਸਟ ਅਫੈਕਟੀਜ਼ ਦੇ ਕੈਟੇਗਰੀ 'ਚ ਪਾ ਕੇ ਨੌਕਰੀ ਦੇ ਰਹੀ ਸਰਕਾਰ ਲੇਕਿਨ ਹੋਰ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਉਹਨਾਂ ਨੂੰ ਕੋਈ ਪੁੱਛ-ਪੜਤਾਲ ਪ੍ਰਤੀਤ ਨਹੀਂ ਹੈ ਇਹ ਜੁੰਦਾ ਜੀ ਰੀਜ਼ਨ ਕੀ ਤੁਹਾਨੂੰ ਲੱਗਦਾ ਜਿਹੜੀ ਆਪਾਂ ਪ੍ਰੋਬਲਮ ਨੂੰ ਡਿਸਕਸ ਕਰ ਰਹੇ ਹਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਆਰਥਿਕਤਾ ਜਿਹੜੀ ਹੈ ਨਾ ਆਰਥਿਕਤਾ ਜਿਹੜੀ ਇਹ ਜਿਹੜੀਆਂ 3 ਕੈਟੇਗਰੀਜ਼ ਹੈ ਇੱਕ ਤੇ ਕੈਪੇਬਲ ਹੈ ਉਹਨਾਂ ਦਾ ਤੇ ਜਿਹੜੀ ਮਨੀ ਹੈ ਉਹ ਮਲਟੀਪਲਾਈ ਹੋ ਰਹੀ ਹੈ ਉਹਨਾਂ ਨੂੰ ਕੋਈ ਫਿਕਰ ਨਹੀਂ ਸੈਕਿੰਡ ਹੈ ਜਿਨ੍ਹਾਂ ਨੂੰ ਆਪਣੇ ਬੱਚੇ ਇੱਥੇ ਭੇਜਣੇ ਹੀ ਪੈਣੇ ਨੇ ਉੱਥੇ ਅੰਦਰ ਕੋਈ ਬਲੀਵ ਤੀਜਾ ਜਿਹੜਾ ਕੈਟੇਗਰੀ ਹੈ ਉਹ ਨਾ ਤੇ ਇੰਪਲੋਇਮੈਂਟ ਪੁਆਇੰਟ ਆਫ ਵਿਊ ਤੋਂ ਕੁਝ ਮਿਲ ਸਕਦਾ ਉਹਨਾਂ ਨੂੰ ਹਾਂਜੀ
ਸਿਰਫ ਉਹਨਾਂ ਵਾਸਤੇ ਦਿਹਾੜੀ ਹੈ ਜਾਂ ਹੋਰ ਟੈਂਪਰੇਰੀ ਇੰਪਲੋਇਮੈਂਟ ਹੈ ਜਿਹੜੀ ਅੱਜ ਕੱਲ੍ਹ ਉਹ ਵੀ ਮੁਸ਼ਕਿਲ ਮਿਲਦੀ ਹੈ। ਬਾਹਰ ਭੇਜਣਾ ਉਹਨਾਂ ਵਾਸਤੇ ਮੁਸ਼ਕਿਲ ਹੈ। ਉਹ ਜਿਹੜਾ ਕੈਟੇਗਰੀ ਹੈ ਸੈਕਿੰਡ ਕੈਟੇਗਰੀ ਤੇ ਥਰਡ ਕੈਟੇਗਰੀ ਜਿਹੜੀ ਹੈ ਉਹ ਇਹੋ ਜਿਹੇ ਰਾਹ ਅਪਣਾਉਂਦੀ ਹੈਗੀ ਹੈ। ਸਕੂਲਾਂ ਦੀ ਹਾਲਤ ਤੁਹਾਨੂੰ ਪਤਾ ਹੈਗੀ ਹੈ। ਆਈਲੈਟਸ ਅਗਰ ਤੁਹਾਨੂੰ 5 ਬੈਂਡ ਵੀ ਲੈਣੇ ਤਾਂ ਤੁਹਾਨੂੰ ਪ੍ਰੋਪਰ ਅੰਗਰੇਜ਼ੀ ਪੜ੍ਹੀ ਹੋਣੀ ਚਾਹੀਦੀ, ਤੁਹਾਨੂੰ ਸੁਣੀ ਹੋਣੀ ਚਾਹੀਦੀ ਹੈ, ਆਉਂਦੀ ਹੋਵੇ ਤਾਂ ਹੀ 5 ਬੈਂਡ ਹੋਣਗੇ। ਠੀਕ ਹੈ ਜੀ। ਫਿਰ ਉਹ ਕੀ ਕਰਦੇ ਆ ਕਿ ਚਲੋ ਕੋਈ ਨਹੀਂ, ਕੋਈ ਐਸਾ ਬੰਦਾ ਲੱਭੋ, ਐਸੀ ਬੱਚੀ ਲੱਭੋ ਜਿਹੜੀ ਜਿਹਨੇ ਕੀਤੇ ਹੈਗੇ ਆ, ਉਹਦੇ ਨਾਲ ਅਟੈਚ ਕਰਕੇ ਤੇ ਇਹਨੂੰ ਇੱਥੇ ਭੇਜ ਦਿਓ। ਠੀਕ ਹੈ ਜੀ। ਉਹ ਵੀ ਕਹਿੰਦੇ ਠੀਕ ਹੈ ਜੀ, ਸਾਡਾ ਜਿਹੜਾ 40-50 ਲੱਖ ਖਰਚ ਹੋਣਾ ਤੁਸੀਂ ਕਰ ਦਿਓ, ਆਪਾਂ ਉੱਥੇ ਜਾ ਕੇ ਮਿਲਾਂ। ਹੁਣ ਇਸ ਚੀਜ਼ ਨੂੰ ਰੈਟੀਫਾਈ ਨਹੀਂ ਕਰਦਾ ਕੋਈ ਕਾਨੂੰਨ, ਜਿਹੜਾ ਉਹ ਰੈਟੀਫਾਈ ਨਹੀਂ ਕਰਦਾ, ਨਾ ਤੇ ਕੈਨੇਡੀਅਨ ਕਾਨੂੰਨ ਰੈਟੀਫਾਈ ਕਰਦਾ, ਨਾ ਉਹਨੂੰ ਇੰਡੀਅਨ ਕਾਨੂੰਨ ਜਾਂ ਪੰਜਾਬ ਦਾ ਕੋਈ ਕਾਨੂੰਨ ਕਰਦਾ ਹੈਗਾ ਕਿ ਤੁਸੀਂ ਕੰਟਰੈਕਟ ਬੇਸ ਤੇ ਕਰੋ ਤੇ ਇੱਥੇ ਆ ਕੇ ਛੱਡ ਛੜਾ ਕਰ ਦਿਓ। ਕੁਛ ਨਹੀਂ ਹੁੰਦਾ। ਜ਼ਿਆਦਾਤਰ ਜਿਹੜਾ ਉਹ ਨੈਚੁਰਲੀ ਅਸਲ 'ਚ ਤਾਂ ਸਾਰੇ ਰਸਮ ਰਿਵਾਜ ਤਾਂ ਪੂਰੇ ਹੁੰਦੇ ਹੀ ਆ। ਨਹੀਂ ਹੁੰਦੇ ਆ, ਉਹ ਸਿਰਫ ਵਿਖਾਉਣ ਵਾਸਤੇ ਹੁੰਦੇ ਆ। ਠੀਕ ਹੈ ਜੀ। ਤੇ ਰੀਜ਼ਨ ਤੁਸੀਂ ਪੁੱਛਿਆ ਵੀ ਕੀ ਹੈਗਾ, ਰੀਜ਼ਨ ਇਹੋ ਆਰਥਿਕਤਾ ਹੈ। ਇੱਕ ਸਾਡੀ ਆਕਾਂਖਸ਼ਾਂ ਜਿਹੜੀਆਂ ਨੇ, ਸਾਡੇ ਜਿਹੜੇ ਡਿਜ਼ਾਇਰ ਹੈ, ਸਾਡੇ ਐਂਬੀਸ਼ਨਸ ਹੈ, ਉਹ ਇੰਨੀਆਂ ਹਾਈ ਲੈਵਲ ਹੋ ਗਈਆਂ ਕਿ ਅਸੀਂ ਚਾਹੁੰਦੇ ਹਾਂ ਕਿ ਰਾਤੋਂ ਰਾਤ ਅਸੀਂ ਇੱਥੇ ਪਹੁੰਚ ਜਾਈਏ ਤਾਂ ਸਾਨੂੰ ਕਰਨਾ ਕੁਛ ਨਾ ਪਏ। ਹੁਣ ਮੈਂ ਸੋਚਦਾ ਕਿ ਇੱਕ ਅਗਰ ਬੱਚੀ ਆਈਲੈਟਸ ਕਰਕੇ ਆਪਣੇ ਸਿਰ ਤੇ ਇੱਥੇ ਆ ਸਕਦੀ, ਬੱਚਾ ਕਿਉਂ ਨਹੀਂ ਆ ਸਕਦਾ? ਅਗਰ ਬੱਚਾ ਆ ਸਕਦਾ, ਬੱਚੀ ਕਿਉਂ ਨਹੀਂ ਆ ਸਕਦੀ? ਇਹਦਾ ਵੈਸੇ ਮੋਟਾ ਰੀਜ਼ਨ ਕੀ ਹੋ ਸਕਦਾ ਜੀ? ਇਦਾਂ ਮੁੰਡੇ ਕਿਉਂ ਨਹੀਂ ਪੜ੍ਹਦੇ? ਮੁੰਡੇ ਦੇਖੋ ਪਤਾ ਕੀ ਹੈ, ਮਲਟੀਪਲਾਇਰ ਇਫੈਕਟ ਹੈਗਾ ਇੱਕ ਟਾਈਮ ਸੀ ਜਦੋਂ ਤੁਹਾਨੂੰ ਅਗਰ 60-70 ਕਿਲੋਮੀਟਰ ਦੂਰ ਵੀ ਸੁਨਾਹ ਪਹੁੰਚਾਉਣਾ ਪੈਂਦਾ ਸੀ ਨਾ, ਕੋਈ ਮੈਸੇਜ ਦੇਣਾ ਪੈਂਦਾ ਸੀ, ਤੁਹਾਨੂੰ ਸਾਈਕਲ ਤੇ ਜਾਣਾ ਪੈਂਦਾ ਸੀ। ਠੀਕ ਹੈ ਜੀ। ਅੱਜ ਕੱਲ੍ਹ ਕੀ ਹੈ ਕਿ ਘਰ ਦੇ ਬਾਹਰ ਗਲੀ ਹੈ, ਗਲੀ ਤੇ ਹੱਟੀ ਹੈ, ਅਗਰ ਹੱਟੀ ਤੋਂ ਸਮਾਨ ਲੈਣਾ ਤਾਂ ਤੁਹਾਨੂੰ ਕਾਰ ਚਾਹੀਦੀ ਹੈ, ਬਾਈਕ ਚਾਹੀਦਾ ਹੈਗਾ। ਅੱਗੇ ਲੋਕ ਬਾਹਰ ਜਾਂਦੇ ਸੀ ਜੰਗਲ ਪਾਣੀ ਵਾਸਤੇ, ਫਰੈਸ਼ ਅਪ ਹੋਣ ਵਾਸਤੇ ਸਵੇਰੇ, ਹੁਣ ਸਾਰਾ ਕੁਝ ਅੰਦਰ ਹੈ। 4-6 ਕਿਲੋਮੀਟਰ ਤੁਰਨਾ ਪੈਂਦਾ। 4-6 ਕਿਲੋਮੀਟਰ ਸੁਖਰਾਣੇ ਹੋ ਗਏ ਜੀ ਅਸੀਂ। ਠੀਕ ਹੈ ਜੀ। ਕੈਨੇਡਾ ਦਾ ਸਮਝਦੇ ਹਾਂ ਕਿ ਕੈਨੇਡਾ ਦਾ ਅਗਰ ਟੈਗ ਲੱਗ ਗਿਆ ਤੇ ਮੀਨਸ ਕਿ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਦਾ ਹੱਲ ਹੋ ਗਿਆ। ਸਾਰੇ ਜਿਹੜੇ ਸਾਡੇ ਜਿਹੜੇ ਕੰਪਲਿਕੇਸ਼ਨ ਦਾ ਜ਼ਿੰਦਗੀ ਦੇ ਖਤਮ ਹੋ ਗਏ। ਪਰ ਮੈਂ ਇਹ ਕਹਿਣਾ ਚਾਹੁੰਦਾ, ਤੁਹਾਨੂੰ ਤੇ ਦੱਸਣ ਦੀ ਲੋੜ ਨਹੀਂ, ਤੁਹਾਨੂੰ ਤੇ ਪਤਾ ਹੈ ਕਿ ਇੱਥੇ ਵੀ ਕਿੰਨਾ ਮੁਸ਼ਕਿਲ ਹੈ। ਐਕਚੁਅਲ ਜਿਹੜਾ ਸਟਰਗਲ ਹੈ ਉਹ ਸ਼ੁਰੂ ਹੁੰਦਾ ਜਦੋਂ ਤੁਸੀਂ ਕੈਨੇਡਾ ਚਾਹੁੰਦੇ ਹੈਗੇ, ਇੰਗਲੈਂਡ 'ਚ ਜਾਂਦੇ, ਨਵੇਂ ਸਿਰੋਂ ਸਾਰਾ ਕੁਝ ਕਰਨਾ ਪੈਂਦਾ। ਮੈਂ ਇਹ ਕਹਿਣਾ ਚਾਹਾਂਗਾ ਕਿ ਇੱਥੇ ਔਨ ਐਨ ਐਵਰੇਜ ਸਵੇਰੇ ਖੂਹ ਪੱਟਣਾ ਪੈਂਦਾ ਤੇ ਰਾਤ ਨੂੰ ਉਹਦਾ ਪਾਣੀ ਪੀਣਾ ਪੈਂਦਾ ਹੈ। ਜੇ ਪੱਟਿਆ ਗਿਆ ਪੂਰਾ ਤਾਂ, ਜੇ ਪੂਰਾ ਪੱਟਿਆ ਗਿਆ ਜੇ ਰਾਈਟ ਔਨ ਟਾਰਗੇਟ ਚਲਾ ਗਿਆ। ਠੀਕ ਹੈ ਜੀ। ਨਹੀਂ ਦੋਹਰੀ ਤੇਰੀ ਸ਼ਿਫਟ ਲਾਉਣੀ ਪੈ ਸਕਦੀ ਹੈ। ਹਾਂ, ਦੋਹਰੀ ਤੇਰੀ ਸ਼ਿਫਟ ਲਾਉਣੀ ਪੈ ਸਕਦੀ ਹੈ ਜਾਂ ਸਾਰੇ ਟੱਬਰ ਨੂੰ ਪੱਟਣਾ ਪੈਂਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਵੇਰੇ ਖੂਹ ਪੁੱਟਣਾ ਮਤਲਬ ਸਵੇਰੇ ਤੁਹਾਨੂੰ ਦਿਹਾੜੀ ਲਾਉਣੀ ਪੈਂਦੀ ਜਾ ਕੇ, 15 ਦਿਨ ਬਾਅਦ ਤੁਹਾਨੂੰ ਉਹਦਾ ਚੈੱਕ ਮਿਲਦਾ ਹੈ, ਚੈੱਕ ਤੋਂ ਬਾਅਦ ਤੁਹਾਨੂੰ ਪੇਮੈਂਟ ਕਰਨੀ ਪੈਂਦੀ ਹੈ, ਔਰ ਪੇਮੈਂਟ ਕਈ ਤੁਹਾਡਾ ਹਾਈਡਰੋ ਹੋ ਗਿਆ, ਸਾਰਾ ਕੁਝ ਕਰਕੇ ਜੋ ਬਚਦਾ ਉਹ ਤੁਹਾਡੇ ਬੈਂਕ ਜਾਂਦਾ ਹੈਗਾ। ਸੋ ਇਹ ਚੀਜ਼ ਹੈ, ਇਹ ਜਿਹੜੀ ਮੈਂਟੈਲਿਟੀ ਹੈ, ਇਹ ਜਿਹੜੀ ਟ੍ਰੇਨਿੰਗ ਹੈ, ਇਹ ਜਿਹੜੀ ਸੋਚ ਹੈ, ਇਹ ਜਿਹੜੀ ਇੱਕ ਫੀਲਿੰਗ ਹੈ ਦਿਮਾਗਾਂ 'ਚ ਕਿ ਬੱਚੀ ਨੂੰ ਕਿਸੇ ਕੀਮਤ 'ਤੇ ਵੀ ਬਚਾਓ ਔਰ ਇਹਨਾਂ ਨੂੰ ਆਪਣੇ ਹਾਲ 'ਤੇ ਛੱਡ ਦਿਓ। ਕੋਈ ਕਮਿਊਨੀਕੇਸ਼ਨ ਜਿਹੜਾ ਉਹ ਨਾ ਰੱਖੋ ਜਾਂ ਕੋਈ ਪ੍ਰੋਪਰ ਗਾਈਡੈਂਸ ਨਾ ਰੱਖੋ। ਬੇਸਿਕਲੀ ਆਹ ਪ੍ਰੋਬਲਮ ਦੀ ਜੜ ਹੈਗੀ ਹੈ। ਔਰ ਦੂਸਰੀ ਚੀਜ਼ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ, +2 'ਚ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਮੁਹੱਲੇ ਹੈਗੇ ਨੇ, ਉਹਨਾਂ ਨੂੰ ਰਾਹ ਕਿੱਥੋਂ ਜਾਂਦਾ ਹੈ। ਸੀਮਤ ਜਦ ਤੁਹਾਡਾ ਦਾਇਰਾ ਹੁੰਦਾ ਸੀ, ਉੱਥੇ ਕੀ ਆਉਣਾ। ਹਾਂ, ਜਿਹੜਾ ਮੈਂਟਲੀ ਤੌਰ ਤੇ ਬੱਚਾ ਪ੍ਰਿਪੇਅਰ ਨਹੀਂ ਹੋ ਕੇ ਆ ਰਹੇ ਹੈ। ਨਹੀਂ ਜੀ, ਚਲੋ ਉਹ ਤਾਂ ਇੱਕ ਗੱਲ, ਇੱਕ ਡਿਫਰੈਂਟ ਪ੍ਰੋਬਲਮ ਆ ਨਾ ਜੀ। ਮੈਂ ਜਿਹੜੀ ਉਹਦੀ ਜੜ ਵਾ ਕਿ ਇੱਦਾਂ ਕਿਉਂ ਹੁੰਦੀ ਆ, ਉਹਦੇ ਪਿੱਛੇ ਮੈਂ ਜਿਹੜੀ ਮੁੰਡੇ ਨਹੀਂ ਪੜ੍ਹਦੇ ਦੀ ਗੱਲ ਆਪਾਂ ਕਰਦੇ ਹਾਂ, ਤਾਂ ਹੀ ਇਹ ਹੁੰਦੇ ਆ ਨਾ ਜੀ, ਅਰੇਂਜਡ ਮੈਰਿਜ, ਪੇਪਰ ਮੈਰਿਜ, ਤਾਂ ਹੀ ਇੱਦਾਂ ਦਾ ਕੋਈ ਜਿਹੜਾ ਸਾਰਾ ਕੁਝ ਕਨਸੈਪਟ ਜਿਹੜਾ ਸਾਹਮਣੇ ਆਇਆ। ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਨਸ਼ੇ ਪੱਤੇ ਵਾਲਾ ਮਾਮਲਾ ਨਾ ਜੀ ਉੱਥੇ ਚੱਲਿਆ ਹੋਇਆ, ਉਹਦੇ ਵਿੱਚ ਮਾਪੇ ਇਹ ਫਿਕਰਮੰਦੀ ਕਰਦੇ ਪਏ ਕਿ ਸਾਡੇ ਬੱਚੇ ਨੂੰ ਇਹ ਆਦਤ ਨਾ ਲੱਗ ਜਾਵੇ, ਕਿਸੇ ਤਰੀਕੇ ਨਾਲ ਵੀ ਬਾਹਰ ਨਿਕਲ ਜਾਏ। ਬਾਹਰ ਜਾ ਕੇ ਜਿਹੜੀਆਂ ਹੋਰ ਪ੍ਰੋਬਲਮਸ ਆਉਣੀਆਂ ਜਿਹਨਾਂ ਦਾ ਤੁਸੀਂ ਜ਼ਿਕਰ ਕਰਕੇ ਹਟੇ ਆ, ਉਹ ਫਿਕਰਮੰਦੀ ਵਾਲੀਆਂ ਨਹੀਂ ਲੱਗਦੀਆਂ ਉਹਨੂੰ। ਵੱਡਾ ਫਿਕਰ ਇਹ ਲੱਗਦਾ ਕਿ ਇਸ ਪੁੱਠੇ ਕੰਮ 'ਚ ਨਾ ਪੈ ਜਾਵੇ। ਦੂਜੀ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਉੱਥੇ ਕੰਮ ਕੋਈ ਕਰਕੇ ਰਾਜੀ ਨਹੀਂ, ਜਿਹੜਾ ਨਵੀਂ ਜਨਰੇਸ਼ਨ ਜਾਂ ਜਿਹੜੀ ਯੰਗ ਜਨਰੇਸ਼ਨ ਉਹ ਵੀ ਕੰਮ ਕਰਕੇ ਰਾਜੀ ਨਹੀਂ ਹੈਗੀ, ਜਾਂ ਕਿਸੇ ਕੰਮ ਨੂੰ ਛੋਟਾ ਵੱਡਾ ਕਹਿਣ ਲੱਗ ਪੈਂਦੇ। ਇੱਥੇ ਸਾਰੇ ਅਸੀਂ ਕਰੀ ਜਾਂਦੇ, ਕੋਈ ਕਿਸੇ ਨੇ ਕਿਹਾ ਕਿ ਆਹ ਕੰਮ ਛੋਟਾ ਹੈ ਤੇ ਆਹ ਵੱਡਾ ਹੈਗਾ, ਜਾਂ ਮੈਂ ਕਰਨਾ ਨਹੀਂ ਆ ਕਰਨਾ। ਕਈ ਵਾਰੀ ਤੁਹਾਨੂੰ ਲੱਗਦਾ ਹੈ ਸੁੱਟਡ ਬੰਦਾ ਤੇ ਤੁਹਾਨੂੰ ਲੱਗੂਗਾ ਬਾਅਦ 'ਚ
ਕਿਤੇ ਗੱਲਬਾਤ ਕਰਨ ਦਾ ਮੌਕਾ ਮਿਲੂ ਦੱਸੂਗਾ ਜੀ ਮੈਂ ਤਾਂ ਫੈਕਟਰੀ 'ਚ ਵੈਲਡਰ ਲੱਗਾ ਹਾਂ, ਜਾਂ ਮੈਂ ਉੱਥੇ ਮਸ਼ੀਨ ਮੈਨ, ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਜੋਬਾਂ ਵੀ, ਕਿਸੇ ਸ਼ਿਪਿੰਗ ਦਾ ਕੰਮ ਵੀ ਕਰਦਾ, ਕੋਈ ਇਸ ਤਰੀਕੇ ਦਾ ਕੰਮ ਹੁੰਦਾ। ਉੱਥੇ ਜਿਹੜੇ ਹੈਗਾ ਸ਼ੋਅ ਆਫ ਕਰਨ ਦਾ ਕੰਮ, ਆਪਣੇ ਆਪ ਨੂੰ ਦਿਖਾਵਾ ਕਰਨ ਦਾ ਜਿਹੜਾ ਇੱਕ ਨਵਾਂ ਹੀ ਲਕਬ ਚੱਲਿਆ, ਇਹ ਹੁਣੇ ਤਾਜ਼ਾ ਨਹੀਂ ਹੈ, ਪਿਛਲੇ 20 ਸਾਲ ਤੋਂ ਹੀ ਇੱਦਾਂ ਦਾ ਸੀਗਾ ਵੀ ਦਿਖਾਵਾ ਕਰੋ। ਉਸ ਦਿਖਾਵੇ ਵਾਲੀ ਜਿਹੜੀ ਲਹਿਰ ਨੇ ਇਹ ਸਾਰੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਜਿਹੜੇ ਯੰਗ ਮੁੰਡੇ ਆ ਖਾਸ ਕਰਕੇ, ਉਹਨਾਂ ਦਾ ਪੜ੍ਹਾਈ ਵੱਲੋਂ ਧਿਆਨ ਬਿਲਕੁਲ ਹੀ ਲਾਂਭੇ ਹੋ ਗਿਆ, ਔਰ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਇੱਥੇ ਪੜ੍ਹ ਕੇ ਪੜ੍ਹਾਈ ਔਖੀ ਹੈ, ਬਾਹਰ ਜਾਣਾ ਸੌਖਾ। ਉਹ ਬਾਹਰ ਜਾਣ ਵਾਲੇ ਪਾਸੇ, ਜਦੋਂ ਕਿ ਲੜਕੀਆਂ ਜਿਹੜੀਆਂ ਤੁਹਾਨੂੰ ਯਾਦ ਹੋਊਗਾ ਜੀ, ਮਤਲਬ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਐਗਜ਼ਾਮ ਦੇ ਰਿਜ਼ਲਟ ਆਉਂਦੇ ਹੁੰਦੇ ਸੀ ਯੂਨੀਵਰਸਿਟੀਆਂ ਦੇ ਜਾਂ ਕਾਲਜਾਂ ਦੇ, ਉਹਦੇ 'ਚ ਲੜਕੀਆਂ ਦਾ ਨਾਮ ਬਹੁਤ ਘੱਟ ਹੁੰਦਾ ਸੀਗਾ। ਫਿਰ ਇੱਕ ਇੱਦਾਂ ਦੀ ਲਹਿਰ ਆ ਗਈ, ਲੋਕੀ ਆਪਣੀਆਂ ਧੀਆਂ ਬਾਰੇ ਇੰਨੇ ਕੁ ਜ਼ਿਆਦਾ ਅਵੇਅਰ ਹੋ ਗਏ, ਕੁੜੀਆਂ ਵੀ ਸੋਚਣ ਲੱਗ ਪਈਆਂ ਕਿ ਹਾਂ ਅਸੀਂ ਮੁੰਡਿਆਂ ਦੇ ਬਰਾਬਰ ਪੜ੍ਹ ਸਕਦੀਆਂ, ਜਾਂ ਉਹਨਾਂ ਨੂੰ ਵੱਧ ਵੀ ਪੜ੍ਹ ਸਕਦੀਆਂ। ਤੇ ਉਹ ਲੜਕੀਆਂ ਦਾ ਨਾਮ ਫਸਟ ਵੀ ਪੋਜੀਸ਼ਨ ਉਹਨਾਂ ਦੀ, ਸੈਕੰਡ ਵੀ ਉਹਨਾਂ ਦੀ, ਥਰਡ ਵੀ ਉਹਨਾਂ ਦੀ, ਮੈਰਿਟ ਦੇ ਵਿੱਚ ਕਈ ਪੋਜੀਸ਼ਨਾਂ ਜਿਹੜੀਆਂ ਉਹ ਲੜਕੀਆਂ ਨੇ ਲੈਣੀਆਂ ਸ਼ੁਰੂ ਕਰਤੀਆਂ। ਹੁਣ ਪੜ੍ਹਦੀਆਂ ਲੜਕੀਆਂ, ਇੱਕ ਲੜਕੀ ਦੇ ਸਿਰ ਦੇ ਉੱਤੇ ਇੱਕ ਉਹ ਵਿਹਲਾ ਮੁੰਡਾ ਤੁਸੀਂ ਬਾਹਰ ਭੇਜਣਾ ਚਾਹੁੰਦੇ, ਜਿਹਨੂੰ ਲੜਕੀ ਮਾਨਸਿਕ ਤੌਰ ਤੇ ਅਸੈਪਟ ਨਹੀਂ ਕਰਦੀ ਪਈ। ਉਹਨੂੰ ਵੀ ਲੱਗਦਾ ਕਿ ਮੇਰੇ ਮਾਪਿਆਂ ਦੇ ਧੋਣੇ ਧੋਤੇ ਜਾਣਗੇ, ਘਰ ਸੰਵਰ ਜੂ, ਜ਼ਿੰਦਗੀ ਸੰਵਰ ਜੂ ਜੇ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਚਲੇ ਜਾਵਾਂ ਬਾਹਰ। ਤਾਂ ਪਰ ਉਹਨਾਂ ਕੋਲ ਪੈਸੇ ਨਹੀਂ, ਸਿਰਫ ਪੜ੍ਹਾਈ ਹੈ, ਜਾਂ ਉਹਦੀ ਇਹ ਕਪੈਸਿਟੀ ਹੈ ਕਿ ਮੈਂ ਹੋਰ ਪੜ੍ਹ ਲਵਾਂ, ਠੀਕ ਹੈ ਜੀ। ਪਰ ਉਹਦੇ ਕੋਲ ਪੇਰੈਂਟਸ ਕੋਲ ਇੱਦਾਂ ਦੀ ਹੈ ਨਹੀਂ ਗੀ, ਪਹੁੰਚ ਹੈ ਨਹੀਂ ਕਿ ਉਹ ਆਪਦੀ ਧੀ ਨੂੰ ਬਾਹਰ ਭੇਜਣ। ਉਹ ਵੀ ਜੁਗਾੜ ਲੱਭਦੇ, ਜੁਗਾੜ ਵਿੱਚ ਉਹ ਲੜਕੇ ਵਾਲੇ ਜਿਹੜੇ ਆ ਉਹ ਕਹਿੰਦੇ ਗੱਲ ਹੀ ਕੋਈ ਨਹੀਂ, 25 30 35 40 ਲੱਖ ਤੱਕ ਅਸੀਂ ਲਾ ਦਾਂਗੇ, ਤੂੰ ਜਾ ਸਹੀ ਬਾਹਰ। ਹੁਣ ਉਹ ਜਿਹੜਾ ਜੁਗਾੜ ਲਾਉਣ ਵਾਲਾ ਮਸਲਾ ਉਹ ਦੋਨੋਂ ਪਾਸੇ ਜਿਹੜਾ ਇਸ ਪੌੜੇ ਦੀ ਜੜ ਬਣਿਆ ਪਿਆ। ਹੁਣ ਜਦੋਂ ਕਿਸੇ ਲੜਕੀ ਨੂੰ ਜ਼ਬਰਦਸਤੀ ਤੁਸੀਂ ਕਿਸੇ ਵਿਹਲੜ ਨਾਲ, ਕਿਸੇ ਅਯਾਸ਼ ਨਾਲ, ਕਿਸੇ ਨਸ਼ੇੜੀ ਦੇ ਨਾਲ ਇਸ ਤਰੀਕੇ ਨਾਲ ਨਰਦਣ ਦੀ ਕੋਸ਼ਿਸ਼ ਕਰੋਗੇ ਤੇ ਉਹ ਕਿੱਦਾਂ ਬਾਹਰ ਆ ਕੇ ਮੁੜ ਕੇ ਸੋਚੂਗੀ, ਪਿਛਾਂਹ ਤੱਕੂਗੀ ਕਿ ਮੈਂ ਜਿਹੜਾ ਹੈਗਾ ਵਾ ਉਹ ਬੰਦੇ ਨਾਲ ਮੈਨੂੰ ਨਰੜਿਆ ਜਾ ਰਿਹਾ, ਜਿਹਨੂੰ ਮੈਂ ਸੱਚੀ ਚੰਗਾ ਨਹੀਂ ਸਮਝਦੀ, ਜਾਂ ਜਿਹੜਾ ਮੇਰੇ ਹਾਣ ਦਾ ਹੀ ਨਹੀਂ। ਦੇਖੋ ਇੱਕ ਪਹਿਲੀ ਗੱਲ ਹੈ, ਜੇ ਧੀ ਪੁੱਤ ਤੁਹਾਡਾ ਪੜ੍ਹਿਆ ਲਿਖਿਆ, ਪੁੱਤਰ ਪੜ੍ਹਿਆ ਵਾ, ਤੇ ਪੁੱਤਰ ਇਹ ਸੋਚਦਾ ਕਿ ਮੇਰਾ ਜਿਹੜਾ ਪਾਰਟਨਰ ਆ ਉਹ ਵੀ ਮੇਰੇ ਵਾਂਗੂ ਪੜ੍ਹਿਆ ਹੋਵੇ, ਮੈਂ ਜੌਬ ਕਰਦਾ ਉਹ ਵੀ ਜੌਬ ਕਰਦੀ ਹੋਵੇ। ਤੇ ਇੱਦਾਂ ਹੀ ਲੜਕੀਆਂ ਵੀ ਹੈ, ਲੜਕੀ ਸੋਚਦੀ ਕਿ ਮੈਂ ਗ੍ਰੈਜੂਏਟ ਹਾਂ, ਪੋਸਟ ਗ੍ਰੈਜੂਏਟ ਹਾਂ, ਕਾਮਰਸ ਦੀਆਂ ਜਾਂ ਸਾਇੰਸ ਦੀਆਂ, ਤੇ ਜਿਹੜਾ ਮੇਰਾ ਪਾਰਟਨਰ ਉਹ ਵੀ ਤਾਂ ਇੱਦਾਂ ਦਾ ਹੀ ਹੋਵੇ। ਦੋਨੋਂ ਪਾਸੇ ਗੱਲ ਹੈ ਨਾ ਜੀ। ਜਦੋਂ ਤੁਸੀਂ ਇੱਦਾਂ ਦੇ ਅਨਮੈਚਡ ਰਿਸ਼ਤੇ ਜਿਹੜੇ ਆ ਉਹ ਧੜਾ ਧੜ ਕਰੋਗੇ ਤੇ ਨਤੀਜੇ ਤਾਂ ਇਹੀ ਹੋਣੇ ਚਾਹੀਦੇ ਜਿਹੜੇ ਹੋਏ। ਤੁਸੀਂ ਬੇਜੋੜ ਰਿਸ਼ਤਿਆਂ ਦੀ ਗੱਲ ਕੀਤੀ ਹੈ ਨਾ, ਬੇਜੋੜ ਰਿਸ਼ਤੇ ਜਿਹੜੇ ਨੇ ਉਹ ਕਾਫੀ ਹੱਦ ਤੱਕ ਇਸ ਚੀਜ਼ ਵਾਸਤੇ ਜ਼ਿੰਮੇਵਾਰ ਹੈਗੇ ਨੇ। ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਪੜ੍ਹਾਈ ਹੈ, ਇੱਕ ਪਾਸੇ ਪੈਸਾ ਹੈਗਾ। ਜਿੱਥੇ ਪੜ੍ਹਾਈ ਹੈ ਉੱਥੇ ਪੈਸਾ ਨਹੀਂ ਹੈ, ਜਿੱਥੇ ਪੈਸਾ ਹੈ ਉੱਥੇ ਪੜ੍ਹਾਈ ਨਹੀਂ ਹੈ ਨਾ। ਫਿਰ ਦੋਨੋਂ ਆਪਸ 'ਚ ਮੈਚਅਪ ਕਰਦੇ ਆ, ਇੱਕ ਜੋੜ ਬਣਦਾ ਹੈਗਾ ਜਿਹੜਾ ਬਹੁਤ ਦੂਰ ਤੱਕ ਤੋੜ ਨਹੀਂ ਚੜ੍ਹਦਾ ਹੈ। ਬਹੁਤ ਸਾਰੇ ਐਗਜ਼ਾਮਪਲਸ ਹੈਗੀਆਂ ਨੇ, ਡੇਲੀ ਬੇਸਿਸ 'ਤੇ ਲੋਕ ਮਿਲਦੇ ਆ, ਉਹਨਾਂ ਦੀ ਕਹਾਣੀ ਪਤਾ ਲੱਗਦੀ ਹੈ, ਪ੍ਰੋਫਾਈਲ ਪਤਾ ਲੱਗਦਾ ਉਹਨਾਂ ਦਾ, ਕਿਸ ਬੇਸ 'ਤੇ ਇਹ ਆਏ ਹੈ, ਕੀ ਇਹਨਾਂ ਦੇ ਇੰਟੈਂਸ਼ਨਸ ਹੈਗੇ ਨੇ, ਕਿੱਦਾਂ ਇਹਨਾਂ ਦਾ ਫਿਊਚਰ ਪਲੈਨਿੰਗ ਹੋਣੀ ਹੈ, ਵਿਆਹ ਬਾਰੇ ਕੀ ਇਹਨਾਂ ਦਾ ਪਲਾਨ ਹੈ। ਲਿਵ ਇਨ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਬੜਾ ਕਾਮਨ ਹੋ ਰਿਹਾ, ਟੂ ਬੀ ਵੈਰੀ ਓਨੈਸਟ। ਹਾਂਜੀ, ਪਹਿਲਾਂ ਇਹ ਰਿਲੇਸ਼ਨਸ਼ਿਪਸ 'ਤੇ ਪਹਿਲਾਂ ਤਾਂ ਪਤਾ ਨਹੀਂ ਸੀ ਹੁੰਦਾ ਵੀ ਇਹ ਹੁੰਦੀ ਕੀ ਹੈ ਨਾ ਜੀ। ਬਾਅਦ 'ਚ ਇਹਨਾਂ ਨੂੰ ਇਹਨਾਂ ਨੂੰ ਰੈਟੀਫਿਕੇਸ਼ਨ ਮਿਲੀ ਜਦੋਂ ਅੱਜ ਤੋਂ ਮੇਰੇ ਕੋਲ 15 ਜਾਂ 10 ਸਾਲ ਪਹਿਲੇ। ਹੁਣ ਇਹ ਕਾਫੀ ਕਾਮਨ ਹੋ ਗਿਆ ਜੀ। ਹੁਣ ਦੇਖੋ, ਜਦੋਂ ਵੀ ਤੁਸੀਂ ਆਪਣੇ ਬੱਚੀ ਦੇ ਨਾਲ ਰਹਿੰਦੇ ਹੈ, ਤੁਹਾਨੂੰ ਉਹਦੀ ਹਰ ਐਕਟੀਵਿਟੀ ਦਾ ਪਤਾ ਲੱਗਦਾ ਰਹਿੰਦਾ। ਹਾਲਾਂਕਿ ਚਲੋ ਵੱਖਰਾ ਕਲਚਰ ਆ ਗਿਆ ਕਿ ਮੇਰੇ ਕਮਰੇ 'ਚ ਨੌਕ ਕਰਕੇ ਆਉਣਾ ਤੁਸੀਂ, ਜਾਂ ਮੇਰੇ ਤੁਸੀਂ ਫੋਨ ਈਵਨ ਦੈਨ ਚਲੋ ਉੱਥੇ ਹੀ ਹੈਗੇ ਨਾ, ਪਰਿਵਾਰ ਦੇ ਵਿੱਚ ਹੀ ਹੈ, ਐਕਟੀਵਿਟੀਜ਼ ਦਾ ਪਤਾ ਲੱਗਦੀਆਂ ਰਹਿੰਦੀਆਂ। ਹੁਣ ਇੱਕ 16-17 ਸਾਲ ਦੀ ਕੁੜੀ ਨੂੰ ਤੁਸੀਂ ਜਾਂ 16-17 ਸਾਲ ਦੇ ਮੁੰਡੇ ਨੂੰ ਤੁਸੀਂ ਓਵਰਸੀਜ਼ ਭੇਜ ਦਿਓਗੇ। ਇੱਥੇ ਕੀ ਹੈ ਕਿ 18 ਸਾਲ ਤੋਂ ਬਾਅਦ ਬੱਚੇ ਨੂੰ ਮਾਂ ਪਿਓ ਘਰੋਂ ਨੋਰਮਲੀ ਕਹਿੰਦੇ ਵੀ ਜਾ ਵੇ ਤੇਰੀ ਹੁਣ ਤੇਰੇ ਪੈਸੇ ਆਉਣੇ ਬੰਦ ਹੋ ਗਏ ਆ, ਕਮਾਓ ਤੇ ਖਾਓ। ਉਹ ਫਿਰ ਫੈਕਟਰੀ ਜਾਂਦਾ ਹੈਗਾ ਜਾਂ ਕਿਤੇ ਹੋਰ ਜਾਂਦਾ ਹੈ, ਜਾਂ ਤੀਸਰੀ ਉਹਦੇ ਕੋਲ ਹੁੰਦੀ ਹੈ ਕਿ ਗੈਂਗ ਜਾਂ ਡਰੱਗਸ। ਠੀਕ ਹੈ ਜੀ।
ਹੁਣ ਦੇਖੋ ਉਹ ਕਲਚਰ ਜਿਹੜੇ ਨੇ ਉੱਥੋਂ ਆ ਕੇ ਜਿਹੜੇ ਬੱਚੀਆਂ ਆਉਂਦੇ ਦੇਖਦੇ ਹੈਗੇ ਆ, ਥੋੜ੍ਹੇ ਚਿਰ ਉਹ ਸਿਸਟਮ ਦੇ ਨਾਲ ਸਟਰਗਲ ਕਰਦੇ ਆ ਕਿ ਸਾਨੂੰ ਜੌਬ ਮਿਲ ਜੇ, ਸਾਨੂੰ ਪੈਸੇ ਦਾ ਸਰਕਲ ਚੱਲ ਪਏ। ਲੇਕਿਨ ਜੇ ਤੇ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਇਸ ਤਰ੍ਹਾਂ ਦਾ ਹੈ ਕਿ ਖੁੱਲੇ ਖਰਚਾ ਹੈਗੇ ਨੇ, ਫਿਰ ਉਹਨਾਂ ਦਾ ਮੈਚਅਪ ਨਹੀਂ ਹੁੰਦਾ ਹੈ। ਹਾਂਜੀ, ਠੀਕ ਹੈ ਜੀ। ਹਾਂਜੀ, ਫਿਰ ਉਹਨਾਂ ਦਾ ਕੀ ਹੈ ਕਿ ਆਪਸ 'ਚ ਉਹ ਫਿਰ ਕਹਿੰਦੇ ਕਿ ਪੈਸਾ ਪਾਰਟਨਰ ਲੱਭਿਆ ਜਾਏ ਇੱਥੇ, ਹਾਂਜੀ, ਜਿਹਦੇ ਨਾਲ ਕਿ ਸਾਡੇ ਖਰਚੇ ਪਾਣੀ ਚੱਲ ਜਾਣ। ਬਿਲਕੁਲ। ਔਰ ਜਦੋਂ ਮੈਚਅਪ ਨਹੀਂ ਹੁੰਦਾ ਫਿਰ ਉਹ ਕੋਈ ਹੋਰ ਆਲਟਰਨੇਟ ਕਰਦੇ ਹਨ। ਠੀਕ ਹੈ ਜੀ। ਬੇਸਿਕਲੀ ਕੀ ਹੈ ਕਿ ਇਸ ਸਾਰੇ ਪ੍ਰੋਸੈਸ ਦੇ ਵਿੱਚ ਪੈਸਾ ਜਿਹੜਾ ਉਹ ਬੜਾ ਵੱਡਾ ਰੋਲ ਅਦਾ ਕਰਦਾ ਹੈ। ਪੈਸੇ ਆਉਣੇ ਚਾਹੀਦੇ। ਕਈ ਯੰਗਸਟਰ ਐਸੇ ਹੁੰਦੇ ਨੇ ਕਿ ਸਾਨੂੰ ਪੈਸੇ ਮਿਲ ਜਾਣ, ਕਿਤੋਂ ਵੀ ਮਿਲ ਜਾਣ, ਕਿਸੇ ਰੀਜ਼ਨ ਤੇ ਹੀ, ਕਿਸੇ ਬੇਸ ਤੇ ਹੀ ਮਿਲ ਜਾਣ, ਸਾਡਾ ਜਿਹੜਾ ਖਰਚਿਆਂ ਦੀ ਲੜੀ ਨਾ ਟੁੱਟੇ। ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਜਦੋਂ ਇਹ ਪ੍ਰੋਸੈਸ ਚੱਲਦਾ ਹੈਗਾ ਉਦੋਂ ਜਿਹੜੇ ਇੰਡੀਆ 'ਚ ਕੋਈ ਸੈਟਅਪ ਕੀਤਾ ਰਿਸ਼ਤਾ ਜਿਹੜਾ ਉਹ ਕਾਇਮ ਰਹਿ ਸਕਦਾ, ਨਹੀਂ ਰਹਿ ਸਕਦਾ ਹੈ। ਸੋ ਜ਼ਿਆਦਾਤਰ ਕੇਸਿਸ ਇਸ ਤਰ੍ਹਾਂ ਹੋ ਰਿਹਾ ਕਿ ਮਜਬੂਰੀ ਬਸ ਵਿਆਹ ਕਰਵਾਇਆ, ਠੀਕ ਹੈ ਜੀ, ਕੰਟਰੈਕਟ ਕਰ ਲਓ ਜਾਂ ਕੋਈ ਆਪਣਾ ਉਹਨਾਂ ਦਾ ਬੈਠ ਕੇ ਕੋਈ ਲੀਗਲ ਐਗਰੀਮੈਂਟ ਕਰਵਾਇਆ ਤੇ ਉਹਦੇ ਬੇਸ 'ਤੇ ਵਿਆਹ ਹੋ ਗਿਆ, ਲੇਕਿਨ ਦਿਲ ਨਹੀਂ ਮਿਲਿਆ ਆਪਸ। ਕੁੱਲ ਮਿਲਾ ਕੇ ਸੌਦੇਬਾਜ਼ੀ ਹੈ ਜੀ। ਹਾਂ, ਸੌਦੇਬਾਜ਼ੀ, ਦਿਲ ਨਹੀਂ ਮਿਲੇ, ਪਰਿਵਾਰ ਮਿਲ ਕੇ ਦਿਲ ਨਹੀਂ ਮਿਲੇ। ਔਰ ਜਦੋਂ ਇਸ ਬੇਸ 'ਤੇ ਤੁਸੀਂ ਮੈਰਿਜ ਕਰੋਗੇ, ਇਸ ਬੇਸ 'ਤੇ ਜਦੋਂ ਤੁਸੀਂ ਦੋਸਤ ਸੇ ਜੁੜੋਗੇ, ਉਹ ਕਦੇ ਵੀ ਫੈਲ ਅਪਾਰਟ ਹੋ ਸਕਦੇ ਆ, ਕਦੀ ਵੀ, ਔਰ ਹੋ ਰਹੇ ਆ। ਔਰ ਸਭ ਤੋਂ ਵੱਡੀ ਜਿਹੜੀ ਅਨਫੋਰਚੂਨੇਟ ਚੀਜ਼ ਹੈ ਕਿ ਇਹਨੂੰ ਕੋਈ ਲੀਗਲ ਪ੍ਰੋਟੈਕਸ਼ਨ ਨਹੀਂ ਹੈਗੀ। ਹੁਣ ਤੁਸੀਂ ਕੀ ਕਹਿੰਦੇ ਹੋ, ਇੱਕ ਕੈਨੇਡੀਅਨ ਕੋਰਟ 'ਚ ਜਾ ਕੇ ਕਹਿੰਦੇ ਹੋ ਜੀ ਕਿ ਸਾਡਾ ਇਹਨੂੰ ਭੇਜਿਆ ਸੀ ਪੈਸੇ ਦੇ ਕੇ, ਮੈਰਿਜ ਅਸੀਂ ਕੀਤੀ, ਇਹਦੀ ਜਿਹੜੀ ਇੱਥੇ ਖਰਚਾ ਸੀ ਉਹਨੇ ਫੋਨ ਨਹੀਂ ਚੱਕਦਾ ਹੈ। ਉਹ ਕਹਿੰਦੇ ਵੀ ਇਹ ਫੋਨ ਨਹੀਂ ਚੱਕਦਾ, ਮਤਲਬ ਕਿਸ ਤਰ੍ਹਾਂ ਜ਼ਰੂਰੀ ਚੱਕਣਾ, ਲੀਗਲ ਤੌਰ ਤੇ ਕੋਈ ਨਹੀਂ ਕਰ ਸਕਦਾ, ਕਿਸੇ ਨੂੰ ਤੁਸੀਂ ਬਾਈਂਡ ਨਹੀਂ ਕਰ ਸਕਦੇ ਕਿ ਇਹ ਫੋਨ ਚੱਕੇ। ਦੂਸਰਾ ਕਹਿੰਦੇ ਹੋ ਕਿ ਇਹ ਫੇਰੇ ਹੋਏ ਆ ਜੀ, ਕੁੜੀ ਜਿਹੜੀ ਹੈ ਬੈਕ ਫੋਨ ਨਹੀਂ ਕਰਦੀ ਤੇ ਕਿਸੇ ਹੋਰ ਦੇ ਨਾਲ ਇਨਵੋਲਵ ਹੋ ਗਈ ਹੈ। ਸਿਸਟਮ ਕਹਿੰਦਾ ਵੀ ਠੀਕ ਹੋ ਸਕਦੀ ਹੈ, ਉਹਦੀ ਆਪਣੀ ਮਰਜ਼ੀ ਹੈ, ਉਹਦੀ ਆਪਣੀ ਮਰਜ਼ੀ ਹੈ। ਠੀਕ ਹੈ ਜੀ। ਜਦੋਂ ਕੋਈ ਸੋਸ਼ਲ ਬੇਸ ਨਹੀਂ ਬਣੇਗਾ ਕਿਸੇ ਰਿਲੇਸ਼ਨਸ਼ਿਪ ਦਾ, ਜਾਂ ਉਹਨੂੰ ਮੈਂ ਅਕਸਰ ਕਹਿੰਦਾ ਹੁੰਦਾ ਕਿ ਵਿਚੋਲਿਆਂ ਨਾਲ ਵਿਆਹ ਹੁੰਦੇ ਸੀ ਅੱਜ ਤੋਂ ਕੁਝ ਸਾਲ ਪਹਿਲੇ, 20-25 ਸਾਲ ਪਹਿਲੇ, ਵਿਚੋਲੇ ਦਾ ਬੜਾ ਰੋਲ ਹੁੰਦਾ ਸੀ, ਰਿਸ਼ਤੇਦਾਰ ਇਨਵੋਲਵ ਹੁੰਦੇ ਸੀ, 2-4 ਜਗ੍ਹਾ ਤੋਂ ਕ੍ਰਾਸ ਕਨਫਰਮੇਸ਼ਨ ਕਰਕੇ ਫਿਰ ਰਿਸ਼ਤੇ ਹੁੰਦੇ ਸੀ। ਉਹਨਾਂ ਦਾ ਫਾਇਦਾ ਕੀ ਹੁੰਦਾ ਸੀ ਕਿ ਛੇਤੀ ਕਿਤੇ ਜਦੋਂ ਕੋਈ ਗੱਲ ਪ੍ਰੋਬਲਮ ਆਉਂਦੀ ਸੀ, ਸਾਰੇ ਜਿਹੜੇ ਇਨਵੋਲਵ ਹੋਏ ਹੁੰਦੇ ਬੰਦੇ ਸੀ ਉਹ ਆਉਂਦੇ ਸੀ ਉੱਤੇ। ਹੁਣ ਜਵੰਦਾ ਜੀ ਤੁਸੀਂ ਗੱਲ ਕੀਤੀ ਆ ਕਿ ਕੋਈ ਸ਼ਿਕਾਇਤ ਕਰੇ ਕਿ ਦੇਖੋ ਜੀ ਸਾਡਾ ਪ੍ਰੂਫ ਹੈਗੇ ਆ, ਲਾਣਾ ਹੋਈਆਂ, ਰਾਕੀ ਸਿੰਘ ਕੀਰਤਨ ਕਰਦੇ ਪਏ ਆ, ਬਾਬਾ ਜੀ ਅਰਦਾਸ ਕਰਦੇ ਪਏ ਆ, ਲੰਚ ਟਾਈਮ ਆ ਜੀ, ਇਹ ਹੋ ਗਿਆ ਉਹ ਹੋ ਗਿਆ, ਹਾਂਜੀ ਭੰਗੜਾ ਪੈਂਦਾ। ਤੁਹਾਨੂੰ ਪਤਾ ਇਸ ਤੋਂ ਪਹਿਲਾਂ ਕੈਨੇਡਾ ਗੌਰਮੈਂਟ ਨੇ ਇੱਕ ਭਾਂਡਾ ਭੰਨਿਆ ਸੀਗਾ ਕਿ ਚੰਡੀਗੜ੍ਹ ਦੇ ਇੱਕੋ ਹੀ ਹੋਟਲ ਦੇ ਵਿੱਚ 100 ਤੋਂ ਵੱਧ ਮੈਰਿਜ ਸਿਰਫ ਫੋਟੋ ਹੀ ਚੇਂਜ ਹੋਈਆਂ ਮੁੰਡੇ ਕੁੜੀ ਦੀਆਂ, ਉਹੀ ਬਰਾਤੀ, ਉਹੀ ਰਾਗੀ, ਉਹੀ ਭੰਗੜਾ ਪਾਉਣ ਵਾਲੇ, ਉਹੀ ਹੋਟਲ, ਸਾਰਾ ਕੁਛ। ਠੀਕ ਹੈ ਜੀ। ਤੇ ਉਹ ਇਹੋ ਜਿਹੇ ਜਾਲੀ ਕੰਮ ਕਰਨੇ ਅਸੀਂ ਛੱਡਦੇ ਥੋੜੀ ਆ। ਜਿਹੜੀ ਚਿੰਤਾ ਦਾ ਵਿਸ਼ਾ ਉਹ ਇਹ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਪ੍ਰਭਾਵ ਜਾ ਰਿਹਾ, ਚਲੋ ਭਾਰਤ ਸਰਕਾਰ ਤਾਂ ਪਤਾ ਨਹੀਂ ਇਹਨੂੰ ਕਿਵੇਂ ਲਊ ਕਿਵੇਂ ਨਹੀਂ ਲਊ, ਪਰ ਕੈਨੇਡਾ ਗੌਰਮੈਂਟ ਜਾਂ ਅਮਰੀਕਾ ਗੌਰਮੈਂਟ ਜਾਂ ਯੂਰਪ ਦਾ ਹੋਰ ਕੋਈ ਕੰਟਰੀ ਇਸ ਗੱਲ ਨੂੰ ਬਹੁਤ ਸੀਰੀਅਸ ਲਊ ਕਿ ਇਹ ਲੋਕ ਕਿਸੇ ਵੀ ਤਰੀਕੇ ਦੇ ਨਾਲ ਇੱਧਰ ਨੂੰ ਆਉਣ ਲਈ ਉਹਨਾਂ ਬੰਦਿਆਂ ਵਿੱਚ ਮੋਹਰੀ ਹੈ, ਗਿਣਤੀ ਹੋਰ ਵੀ ਹੈ। ਇਹ ਨਹੀਂ ਵੀ ਇਕੱਲੇ ਅਸੀਂ ਆਉਂਦੇ ਹਾਂ ਜਾਂ ਇਕੱਲਾ ਮਾਲਵਾ ਆਉਂਦਾ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਵਿੱਚੋਂ, ਇਕੱਲੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਹੈਗੀ ਆ, ਹੋਰ ਕੰਟਰੀਜ਼ ਦੇ ਲੋਕ ਵੀ ਆਉਂਦੇ ਆ, ਉਹ ਵੀ ਸਿੱਧੇ ਰਾਹ ਤੇ ਵੀ ਆਉਂਦੇ, ਪੁੱਠੇ ਰਾਹਾਂ ਤੇ ਵੀ ਆਉਂਦੇ, ਪਰ ਮੈਜੋਰਿਟੀ ਸਾਡੀ ਨਾ ਵੀ ਮੈਜੋਰਿਟੀ ਸਾਡੀ ਹੋਵੇ, ਭਾਵੇਂ ਥੋੜਾ ਹਿੱਸਾ ਹੋਵੇ, ਪਰ ਹੈ ਤਾਂ ਚਿੰਤਾ ਵਾਲੀ ਗੱਲ ਨਾ। ਜੇ ਉਹਨਾਂ ਗੱਲਾਂ ਕਰਕੇ, ਉਹਨਾਂ ਸਬੂਤਾਂ ਕਰਕੇ ਕੋਈ ਦੇਸ਼ ਆਪਦੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਲੈ ਆਉਂਦਾ, ਇਹ ਵੀ ਤਾਂ ਖਤਰੇ ਤੋਂ ਖਾਲੀ ਨਹੀਂ ਨਾ। ਆਉਣ ਵਾਲੇ ਫਿਊਚਰ ਦੇ ਵਿੱਚ ਇਹ ਵੀ ਪ੍ਰੋਬਲਮ ਖੜੀਆਂ ਹੋਣਗੀਆਂ। ਹੁਣ ਤੁਸੀਂ ਦੇਖੋ ਜਿਹੜੀ ਜਸਟਿਨ ਟਰੂਡੋ ਤੋਂ ਪਹਿਲੀ ਸਰਕਾਰ ਸੀ, ਪੀਸੀ ਦੀ ਸਰਕਾਰ ਸੀ, ਸਟੀਫਨ ਹਾਰਪਰ ਦੀ ਸਰਕਾਰ ਸੀ, ਉਸ ਸਰਕਾਰ 'ਚ ਜੇਸਨ ਕੇਨੀ ਜਿਹੜੇ ਬੀਸੀ ਦੇ ਹੁੰਦੇ ਪ੍ਰੀਮੀਅਮ ਹੋਣਾ ਹੈਗੇ ਆ, ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਉਹਨਾਂ ਨੇ ਕੀ ਕਰਤਾ ਸੀਗਾ ਕਿ ਜਿਹੜਾ ਬੰਦਾ ਵੀ ਮੈਰਿਜ ਬੇਸ ਤੇ ਆਵੇ, ਚਾਹੇ ਉਹ ਲੜਕਾ ਚਾਹੇ ਉਹ ਲੜਕੀ, ਜੇ ਲੜਕਾ ਇੱਥੋਂ ਦਾ ਹੈਗਾ ਤੇ ਲੜਕੀ ਨੂੰ ਲੈ ਕੇ ਆਉਂਦਾ ਤਾਂ ਵੀ ਉਹਦੇ ਤੇ ਕੇਸ ਉਹੀ ਲਾਗੂ ਕਾਨੂੰਨ ਹੁੰਦਾ, ਜੇ ਲੜਕੀ ਇੱਥੋਂ ਦੀ ਹੈ ਤੇ ਲੜਕਾ ਉੱਧਰੋਂ ਆਉਂਦਾ ਤਾਂ ਵੀ ਉਹਦੇ ਤੇ ਕਾਨੂੰਨ ਉਹੀ ਲਾਗੂ ਹੁੰਦਾ ਕਿ 2 ਸਾਲ ਬਾਅਦ ਉਹਨਾਂ ਨੂੰ PR ਮਿਲੂਗੀ।
ਤੇ ਕਿੰਨਾ ਰੌਲਾ ਪੈ ਗਿਆ ਸੀ। ਸਾਡੀ ਕਮੇਟੀ ਨੇ ਤਾਂ ਚੱਕ ਫੱਟੇ ਦਿੱਤੇ ਕਿ ਇਹ ਤਾਂ ਜੀ ਬਿਲਕੁਲ ਗੈਰ ਕਾਨੂੰਨੀ ਗੱਲ ਹੈ, ਅਣਮਨੁੱਖੀ ਵਤੀਰਾ ਇਹ ਸਰਕਾਰ ਦਾ। ਭਾਵੇਂ ਉਹ ਨਵੀਂ ਸਰਕਾਰ ਨੇ ਆ ਕੇ ਉਸ ਕਾਨੂੰਨ ਨੂੰ ਦਰਕਨਾਰ ਕਰਤਾ, ਪਾਸੇ ਕਰਤਾ, ਲਾਗੂ ਕਰਨ ਤੋਂ ਨਾ ਕਰਤੀ, ਅਮੈਂਡਮੈਂਟ ਵੀ ਕਰ ਦਿੱਤੀ, ਪਰ ਇਹ ਗੱਲਾਂ ਜਿਸਨ ਕਹਿੰਦੀ ਨੂੰ ਕਰਨ ਦੀ ਲੋੜ ਕਿਉਂ ਪਈ ਸੀ? ਇਹਦਾ ਮਤਲਬ ਕਿਤੇ ਨਾ ਕਿਤੇ ਇਹੋ ਜਿਹੀਆਂ ਸ਼ਿਕਾਇਤਾਂ ਸਰਕਾਰ ਦੇ ਕੋਲ ਪਹੁੰਚੀਆਂ ਹੋਣਗੀਆਂ, ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਦੇ ਕੋਲ ਪਹੁੰਚੀਆਂ ਹੋਣਗੀਆਂ, ਤਾਂ ਹੀ ਇਹ ਸਾਰਾ ਕੁਝ ਹੋਇਆ। ਜਦੋਂ ਹੁਣ ਇਹ ਸਾਰੀਆਂ ਸ਼ਿਕਾਇਤਾਂ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਪੇਪਰ ਮੈਰਿਜ ਹੁੰਦੀ ਆ ਜਾਂ ਇੱਦਾਂ ਹੀ ਸੌਦੇਬਾਜ਼ੀ ਹੁੰਦੀ ਆ, ਤੇ ਬਾਅਦ ਵਿੱਚ ਸਰਕਾਰ ਦੇ ਕੁਝ ਸ਼ਿਕਾਇਤ ਜਾਂਦੀ ਆ ਜੀ ਕੁੜੀ ਵਾਲਿਆਂ ਨੇ ਤਾਂ, ਕੁੜੀ ਨੇ ਤਾਂ ਮੁੜ ਕੇ ਸਾਡਾ ਫੋਨ ਹੀ ਨਹੀਂ ਚੁੱਕਿਆ, ਜਾਂ ਕੁੜੀ ਦੇ ਮਾਂ ਪਿਓ ਤਾਂ ਕਹਿੰਦੇ ਆ ਜੀ ਸਾਡੇ ਨਾਲ ਕੋਈ ਲਿੰਕ ਨਹੀਂ, ਸਾਨੂੰ ਤਾਂ ਆਪ ਨਹੀਂ ਫੋਨ ਕਦੀ ਆਇਆ, ਜਾਂ ਤੁਸੀਂ ਤਾਂ ਉਹ ਤਾਂ ਤੁਸੀਂ ਕਿਹੜਾ ਪੈਸੇ ਦਿੱਤੇ ਸੀ, ਜਾਂ ਕੋਈ ਸਬੂਤ ਥੋੜੀ ਜਿਹਾ ਇਹੋ ਜਿਹੀਆਂ ਗੱਲਾਂ। ਇਹ ਗੱਲਾਂ ਦੇ ਬਾਰੇ ਕੋਈ ਕੱਲ੍ਹ ਨੂੰ ਕਾਨੂੰਨ ਬਣ ਗਿਆ, ਭੁਗਤਣਾ ਤਾਂ ਸਾਰਿਆਂ ਨੂੰ ਪਏਗਾ। ਉਹੀ ਮੈਂ ਕਹਿੰਦਾ ਹੁੰਦਾ ਕਿ ਗਲਤੀ ਇੱਕ ਸਿਰ ਕਰਦਾ ਤੇ ਭੁਗਤਣੀ ਜਿਹੜੀ ਆ ਉਹ ਹਜ਼ਾਰਾਂ ਸਿਰਾਂ ਨੂੰ ਪੈਂਦੀ ਹੈ। ਸੋ ਇਹ ਚੀਜ਼ ਹੈ ਕਿ ਅਗਰ ਅਸੀਂ ਐਕਸਪਰਟ ਹੈਗੇ ਹਾਂ ਕਿਸੇ ਸਿਸਟਮ ਦੇ ਲੂਪ ਹੋਲ ਨੂੰ ਫਾਈਂਡ ਆਊਟ ਕਰਕੇ ਤੇ ਉਹਨੂੰ ਆਪਣੇ ਫੇਵਰ 'ਚ ਯੂਜ਼ ਕਰਨ ਦੇ, ਤੇ ਸਰਕਾਰ ਵੀ ਪੂਰੀ ਤਰ੍ਹਾਂ ਅਪਡੇਟ ਹੋ ਰਹੀ ਹੈ ਡੇਲੀ ਬੇਸਿਸ। ਬਿਲਕੁਲ ਪਲ ਪਲ ਦੀ ਖਬਰ ਨੂੰ, ਪਲ ਦੀ ਜਿਸ ਤਰ੍ਹਾਂ ਆਹ ਖਬਰਾਂ ਆਉਂਦੀਆਂ ਨੇ, ਸਰਕਾਰ ਦੇ ਸੈੱਲ ਹੈਗੇ ਨੇ ਜਿਹੜੇ ਲੋਕਲ ਜਿਹੜੇ ਅਖਬਾਰਾਂ ਨੇ, ਲੋਕਲ ਜਿਹੜੇ ਫੇਸਬੁੱਕ ਪੇਜਸ ਹੈਗੇ ਆ, ਉਹਨਾਂ ਨੂੰ ਦੇਖ ਕੇ ਤੇ ਉਹ ਉਹਨਾਂ ਨੂੰ ਅਪਡੇਟ ਕਰਦੇ ਰਹਿੰਦੇ, ਬਿਲਕੁਲ ਐਨਾਲਾਈਜ਼ ਕਰਦੇ ਜੀ ਹਰ ਗੱਲ। ਈਵਨ ਐਡਵਰਟਾਈਜ਼ਮੈਂਟਸ ਜਿਹੜੀਆਂ ਨੇ, ਲੋਕਲ ਜਿਹੜੇ ਵਰਨਿਕੂਲਰ ਪੇਪਰ ਹੁੰਦੇ ਨੇ ਉਹਨਾਂ 'ਚ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ, ਹੁਣ ਤਾਂ ਸਿੱਧੀਆਂ ਆਉਂਦੀਆਂ ਜੀ। ਹਾਂਜੀ, ਪੇਪਰ ਮੈਰਿਜ ਦੀ ਸਿੱਧੀ ਆਉਂਦੀ ਹੈ। ਤੇ ਤੁਹਾਡਾ ਕੀ ਖਿਆਲ ਹੈ, ਅਗਰ ਉਹ ਪੇਪਰ ਮੈਰਿਜ ਹੁੰਦੀ ਹੈ ਕਿਸੇ ਦੀ, ਤੇ ਅਗਰ ਉਸ ਦਾ ਰੈਕਡ ਜਿਹੜਾ ਉਹ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਸਿਸਟਮ ਰੱਖ ਲੈਂਦਾ, ਕੱਲ੍ਹ ਨੂੰ ਉਹ ਬੰਦੇ ਚਾਹੁੰਦੇ ਆ ਜੀ ਕਿ ਸਾਨੂੰ ਫੁੱਲੀ ਤੁਸੀਂ ਦਿਓ, PR ਦਿਓ, ਜਾਂ ਉਹ ਜ਼ਰੂਰ ਇਨਵੈਸਟੀਗੇਟ ਕਰ ਸਕਦੇ। ਬਿਲਕੁਲ ਕਰਨਗੇ ਕਿ ਇਹਦਾ ਤੁਸੀਂ ਜਦੋਂ ਐਡਵਰਟਾਈਜ਼ਮੈਂਟ ਕੀਤੀ ਸੀ ਉਹਦੇ 'ਚ ਤੁਸੀਂ ਕਿਹਾ ਸੀ ਕਿ ਪੇਪਰ ਮੈਰਿਜ ਦਾ ਕਨਸੈਪਟ ਸਮਝਾਓ ਸੀ ਸਾਨੂੰ, ਇਹ ਕਿਸ ਹੈ ਨਹੀਂ ਪਤਾ ਦੋਨਾਂ ਨੂੰ ਨਹੀਂ ਆ। ਨਹੀਂ ਉਹ ਕਹਿਣਗੇ, ਠੀਕ ਹੈ ਜੀ। ਸੋ ਇਹ ਹੈ ਕਿ ਜਿਹੜਾ ਵੀ ਕੋਈ ਮਿਸਯੂਜ਼ ਹੁੰਦਾ ਉਹਦਾ ਫਾਲੋ ਜ਼ਰੂਰ ਹੁੰਦਾ ਹੈ, ਉਹਦੇ ਕੰਸੀਕੁਐਂਸਸ ਜ਼ਰੂਰ ਭੁਗਤਣੇ ਪੈਂਦੇ ਹੈਗੇ ਆ, ਔਰ ਭੁਗਤਣੇ ਕਿਹਨਾਂ ਨੂੰ ਪੈਂਦੇ ਹੈਗੇ, ਜਿਹੜੇ ਜੈਨੂਇਨ ਤੌਰ ਤੇ ਆਉਂਦੇ ਹੈ। ਇਹੋ ਜਿਹੀਆਂ ਐਡਵਰਟਾਈਜ਼ਮੈਂਟ ਦੇਣ ਵਾਲੇ ਆ ਅਖਬਾਰਾਂ ਨੂੰ ਵੀ, ਭਾਵੇਂ ਉਹ ਪੰਜਾਬੀ ਦੀਆਂ ਹੋਣ ਤੇ ਭਾਵੇਂ ਅੰਗਰੇਜ਼ੀ ਦੀਆਂ ਹੋਣ, ਜੇ ਸਾਡੀ ਕਮਿਊਨਿਟੀ ਇਨਵੋਲਵ ਹੈ ਤਾਂ ਉਹਨਾਂ ਨੂੰ ਵੀ ਇਸ ਗੱਲ ਤੇ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਆ। ਇਹੋ ਜਿਹੀਆਂ ਐਡਵਰਟਾਈਜ਼ਮੈਂਟ ਥੋੜੇ ਪੈਸਿਆਂ ਵਾਸਤੇ, ਥੋੜੇ ਪੈਸੇ ਇਕੱਠੇ ਕਰਨ ਦੇ ਲਈ ਲਾਲਚ ਨਾਲ ਨਹੀਂ ਦੇਣੀਆਂ ਚਾਹੀਦੀਆਂ। ਇਹ ਸਮਾਜ ਦੇ ਉੱਤੇ ਬੜਾ ਵੱਡਾ ਧੱਬਾ, ਬੜਾ ਵੱਡਾ ਕਲੰਕ ਹੈ, ਧੋਤਿਆਂ ਧੁਰਨਾ ਨੇ। ਐਮਪੀ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਮਾਜ ਦੀ ਗੱਲ ਕਰਨੀ, ਕਲੰਕ ਬਾਰੇ ਗੱਲ ਕਰਨੀ, ਕੋਈ ਧੱਬਿਆਂ ਬਾਰੇ ਗੱਲ ਕਰਨੀ, ਇਹ ਟੈਬੂਸ ਹੋ ਗਏ ਨੇ। ਇਹ ਮਤਲਬ ਨਾ ਐਸੇ ਵਰਡ ਨੇ ਜਿਹੜੇ ਲੋਕੀ ਕਹਿੰਦੇ ਦਰਕਿਨਾਰ ਕਰ ਦਿੱਤੇ ਆ। ਉਹ ਕਹਿੰਦੇ ਆ ਕਿ ਇਹ ਇੱਕ ਵਾਰ ਤੁਹਾਨੂੰ ਪਤਾ ਹੋਏਗਾ, ਅੱਜ ਤੋਂ 30-40 ਸਾਲ 35-40 ਸਾਲ ਪਹਿਲੇ ਇੰਦਰਾ ਗਾਂਧੀ ਨੂੰ ਕਿਸੇ ਨੇ ਪੁੱਛਿਆ ਕਿ ਕਰਪਸ਼ਨ ਜਿਹੜੀ ਇੰਡੀਆ 'ਚ ਕਿਸ ਤਰ੍ਹਾਂ ਹਟ ਸਕਦੀ ਹੈ। ਉਹ ਕਹਿੰਦੇ ਕਰਪਸ਼ਨ ਇਜ਼ ਦ ਨੈਸ਼ਨਲ ਫਿਨੋਮੀਨਨ। ਕਰਪਸ਼ਨ ਇਜ਼ ਨੈਸ਼ਨਲ ਫਿਨੋਮੀਨਨ, ਖੂਨ 'ਚ ਰਚ ਚੁੱਕੀ ਹੈ। ਜਿਹੜਾ ਫਰਾਡ ਹੈ, ਧੱਬਾ ਹੈ, ਜਾਂ ਕੋਈ ਹੋਰ ਹੈ, ਕੋਈ ਆਊਟ ਦਾ ਵੀ ਜਾ ਕੇ ਕੋਈ ਪੇਪਰ ਮੈਰਿਜ ਕਰਕੇ ਇੱਥੇ ਆਉਣਾ ਜਾਂ ਲਿਵ ਇਨ ਰਿਲੇਸ਼ਨਸ਼ਿਪ 'ਚ ਆਉਣਾ, ਇਹ ਇੱਕ ਸੋਸ਼ਲ ਫਿਨੋਮੀਨਨ ਬਣ ਚੁੱਕਾ ਹੈ। ਇਹਦੇ ਬਾਰੇ ਨਾ ਤੇ ਕੋਈ ਆਈਬਰੋ ਰੇਜ਼ ਕਰਦਾ ਹੈ, ਨਾ ਹੀ ਇਹਦੇ ਬਾਰੇ ਕਿਸੇ ਨੂੰ ਹੈਰਾਨਗੀ ਹੁੰਦੀ ਹੈ। ਸਗੋਂ ਲੋਕ ਉਹਨਾਂ ਲੋਕਾਂ ਨੂੰ ਵੇਖ ਕੇ ਹੈਰਾਨ ਹੁੰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਅਜੀਬ ਲੱਗਦੀ ਹੈ। ਉਹ ਫਿਰ ਕੀ ਹੁੰਦਾ ਕਿ ਉਹ ਜਨਰੇਸ਼ਨ ਜਿਹੜੀ ਹੌਲੀ ਹੌਲੀ ਮਰ ਜਾਂਦੀ ਹੈ। ਉਹਨਾਂ ਨੂੰ ਤਾਂ ਕਹਿੰਦੇ ਹੋਣਗੇ ਵੀ ਇਹ ਤਾਂ ਬੈਕਵਰਡ ਜਿਹਾ ਹੈਗਾ, ਬੈਕਵਰਡਸ ਦਾ ਤਪਾਲਾ ਸੋਚ ਮਾੜੀ ਹੈ। ਠੀਕ ਹੈ ਜੀ, ਹੋ ਸਕਦਾ ਹੈ, ਪਰ ਮੈਂ ਟੂ ਬੀ ਵੈਰੀ ਓਨੈਸਟ, ਮੈਂ ਬੜਾ ਪੋਜ਼ਿਟਿਵ ਬੰਦਾ ਇਨਸਾਨ ਹਾਂ, ਪਰ ਮੈਨੂੰ ਇਸ ਪੁਆਇੰਟ ਆਫ ਵਿਊ ਤੋਂ ਪੋਜ਼ਿਟਿਵਿਟੀ ਨਹੀਂ ਲੱਗਦੀ। ਸਮਾਜ ਦੇ ਜਿਹੜੇ ਪੈਰਾਮੀਟਰਸ ਹੈਗੇ ਨੇ, ਜਿਹੜੇ ਸਮਾਜ ਦੇ ਜਿਹੜੇ ਇੱਕ ਬੇਸਿਸ ਹੈਗੇ ਨੇ, ਜਿਹੜੇ ਕਾਇਦੇ ਕਾਨੂੰਨ ਹੈ, ਉਹੀ ਚੇਂਜ ਹੋ ਗਏ ਨੇ। ਸੋ ਇਹ ਤਾਂ ਹੈ ਕਿ ਗੁਰਬਾਣੀ 'ਚ ਇੱਕ ਤੁਕ ਆਉਂਦੀ ਹੈ, ਪਵਿੱਤਰ ਤੁਕ ਆਉਂਦੀ ਹੈ ਕਿ ਤੂੰ ਆਪਣੇ ਆਪ ਨੂੰ ਸੁਧਾਰ ਲੈ, ਬਾਕੀ ਜਿਹੜੇ ਨੇ ਆਪਣੇ ਆਪ ਸੁਧਰ ਜਾਣਗੇ। ਤੁਹਾਡੇ 'ਚ ਗੁਣ ਹੋਣੇ ਚਾਹੀਦੇ। ਆਪਣੇ ਆਪ ਨੂੰ ਸੁਧਾਰਨ, ਸੈਲਫ ਐਨਾਲਿਸਿਸ ਕਰਕੇ, ਸੈਲਫ ਇੰਟਰੋਸਪੈਕਸ਼ਨ ਕਰਕੇ ਹਰ ਇੱਕ ਬੰਦਾ ਦੇਖੇ ਕਿ ਮੇਰੇ 'ਚ ਗਲਤੀ ਕਿੱਥੇ ਹੈ। ਠੀਕ ਹੈ ਜੀ। ਸੋ ਆਹੋ ਹੀ ਸੋਲੂਸ਼ਨ ਹੈ। ਔਰ ਜਿਹੜਾ ਗਲਤ ਹੈ, ਗਲਤ ਨੂੰ ਗਲਤ ਕਹਿਣ ਦੀ ਕਪੈਸਿਟੀ ਵੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਬਹੁਤ ਮਿਹਰਬਾਨੀ ਜਿਉਂਦਾ ਜੀ। ਇਹ ਜਿਹੜਾ ਵਿਸ਼ਾ, ਇਹ ਜਿਹੜਾ ਸਬਜੈਕਟ ਹੈ, ਜਿਹੜੀ ਗੱਲ ਹੈ, ਪਿਛਲੇ ਕਈਆਂ ਦਿਨਾਂ ਤੋਂ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਗੰਭੀਰ ਵੀ ਹੈ। ਇਹਦੇ ਸਿੱਟੇ ਮਾੜੇ ਨਿਕਲਣ ਦੇ ਚਾਂਸ ਹੈ, ਕਿਉਂਕਿ ਅਸੀਂ ਖੁਦ ਇਨਵੋਲਵ ਹਾਂ ਸਾਰੇ ਇਸ ਮਾਮਲੇ ਦੇ ਵਿੱਚ। ਅਸੀਂ ਪੰਜਾਬੀ ਹਾਂ, ਅਸੀਂ
ਮਲਵਈ ਵੀ ਆ, ਅਸੀਂ ਮਝੈਲ ਵੀ ਆ, ਦੁਆਬੀ ਵੀ ਆ। ਸਾਡੇ ਬਾਰੇ ਜਦੋਂ ਗੱਲ ਹੋਊਗੀ ਤੇ ਨੈਚੁਰਲੀ ਸਾਡੇ ਵੱਲ ਉਂਗਲ ਹੋਊਗੀ ਤੇ ਸਾਨੂੰ ਸੋਚਣਾ ਤਾਂ ਪਊਗਾ ਨਾ। ਇਸੇ ਕਰਕੇ ਇਸ ਵਿਸ਼ੇ ਨੂੰ ਅੱਜ ਚਰਚਾ ਦਾ ਵਿੱਚ ਲਿਆਂਦਾ ਤੇ ਕੋਸ਼ਿਸ਼ ਕਰੀਏ ਇਹੋ ਜਿਹੀਆਂ ਚਰਚਾਵਾਂ ਨਾ ਹੋਣ, ਬਚਣ ਦੀ ਕੋਸ਼ਿਸ਼ ਕਰੀਏ। ਹੋਰ ਕੋਈ ਰਾਹ ਲੱਭ ਲਈਏ। ਆਉਣ ਲਈ ਕਿਸੇ ਨੇ ਪਾਬੰਦੀ ਨਹੀਂ ਲਾਈ। ਕੈਨੇਡਾ ਨੇ ਤਾਂ ਉਂਝ ਹੀ ਬਾਹਾਂ ਖੁੱਲੀਆਂ ਰੱਖੀਆਂ ਹੋਈਆਂ। ਪਿੱਛੇ ਜੇ ਸਰਕਾਰ ਨੇ ਕਿਹਾ ਕਿ 2021 ਤੱਕ ਅਸੀਂ ਜਿਹੜੇ ਆ 5 ਲੱਖ ਬੰਦਾ ਜਿਹੜਾ ਇੱਥੇ ਸੱਦ ਲੈਣਾ, ਭਾਵੇਂ ਸੱਦ ਹੋਵੇ ਨਾ ਸੱਦ ਹੋਵੇ, ਪਰ ਇਹਨਾਂ ਵੱਲੋਂ ਰਸਤੇ ਤਾਂ ਖੁੱਲ੍ਹੇ ਹੀ ਆ ਨਾ। ਤੇ ਰਸਤੇ ਖੁੱਲ੍ਹੇ ਜਿਹੜੀ ਆ ਉੱਧਰ ਦੀ ਲੰਘਣਾ ਚਾਹੀਦਾ। ਕੰਡਿਆਲੇ ਰਾਹ ਤੇ ਨਹੀਂ ਤੁਰ ਕੇ ਕੋਸ਼ਿਸ਼ ਨਾ ਕਰੋ ਉੱਧਰ ਜਾਣ ਦੀ। ਮੇਰੀ ਤੇ ਇਹ ਸਲਾਹ। ਬਿਲਕੁਲ ਠੀਕ ਹੈ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ।